ਮੀਡੀਆ ਪੰਜਾਬ ਦੇ ਦਰਸ਼ਕਾਂ ਲਈ ਅੱਜ ਦੋ ਗੱਲਾਂ ਦੇ ਵਿੱਚ ਸਾਡੇ ਸਾਹਮਣੇ ਰਜਿੰਦਰਜੀਤ ਜੋ ਕਿ ਪੰਜਾਬੀ ਗਜ਼ਲ ਦੇ ਬਹੁਤ ਹੀ ਪਾਏ ਦੀ ਗਜ਼ਲ ਲਿਖਣ ਵਾਲੇ ਸਾਹਿਤਕਾਰ ਨੇ ਤੇ ਅੱਜ ਅਸੀਂ ਉਹਨਾਂ ਨੂੰ ਪੇਸ਼ ਕਰ ਰਹੇ ਹਾਂ। ਰਜਿੰਦਰਜੀਤ ਜੀ, ਤੁਹਾਡਾ ਦੋ ਗੱਲਾਂ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਤੁਸੀਂ ਮੈਂ ਬਹੁਤ ਵਾਰੀ ਮੌਕਾ ਮਿਲਿਆ ਸਾਨੂੰ ਤੁਹਾਡੀਆਂ ਗਜ਼ਲਾਂ ਸੁਣਨ ਦਾ ਮੁਸ਼ਾਇਰਿਆਂ ਦੇ ਵਿੱਚ। ਤੁਸੀਂ ਇਹ ਦੱਸੋ ਕਿ ਇਹ ਗਜ਼ਲ ਕਿਵੇਂ ਤੁਹਾਨੂੰ ਖਿਆਲ ਆਇਆ ਕਿ ਤੁਸੀਂ ਸਾਹਿਤ ਦਾ ਇਹੀ ਰੂਪ ਅਪਣਾਉਣਾ ਹੈ ਤੇ ਕਦੋਂ ਲਿਖਣਾ ਸ਼ੁਰੂ ਕੀਤਾ? ਸਭ ਤੋਂ ਪਹਿਲਾਂ ਤਾਂ ਮੀਡੀਆ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬੜਾ ਬੜਾ ਪਿਆਰ ਤੇ ਸਤਿਕਾਰ। ਤੇ ਜਿਸ ਤਰ੍ਹਾਂ ਇਹ ਅਸਲ ਸਵਾਲ ਜਿਹੜਾ ਹੈ ਉਹ ਮੁੱਢਲੇ ਤੌਰ ਤੇ ਜੇ ਮੈਂ ਵੀ ਸੋਚਾਂ ਕਿ ਇਹ ਸਾਰਾ ਯਾਨੀ ਸਾਹਿਤ ਦਾ ਜਿਹੜਾ ਇਹ ਕਾਵਿ ਰੂਪ ਹੈ, ਕਵਿਤਾ ਦਾ ਕਾਵਿ ਜਿਹੜਾ ਗਜ਼ਲ ਹੈ, ਇਸ ਪਾਸੇ ਮੈਂ ਕਿਉਂ ਪਿਆ ਤਾਂ ਮੈਨੂੰ ਸਿੱਧੇ ਤੌਰ ਤੇ ਯਾਨੀ ਇੱਕੋ ਗੱਲ ਜਿਹੜੀ ਮੇਰੇ ਮਨ ਦੇ ਵਿੱਚ ਆਉਂਦੀ ਹੈ ਕਿ ਮੈਨੂੰ ਬਚਪਨ ਤੋਂ ਨਾ ਨਿੱਕੇ ਹੁੰਦੇ ਤੋਂ ਮਤਲਬ ਮੈਨੂੰ ਗਾਉਣ ਦਾ ਸ਼ੌਕ ਹੁੰਦਾ ਸੀਗਾ। ਸਕੂਲ ਦੇ ਵਿੱਚ ਮੈਨੂੰ ਯਾਦ ਹੈ ਕਿ ਚੌਥੀ ਪੰਜਵੀਂ ਤੀਸਰੀ ਜਮਾਤ ਦੇ ਵਿੱਚ ਉਦੋਂ ਕੋਈ ਸਾਡੇ ਅਧਿਆਪਕਾਂ ਨੇ ਨਾ ਕੋਈ ਸਵਾਗਤੀ ਗੀਤ ਤਿਆਰ ਕਰਾਉਣਾ ਸੀਗਾ। ਉਹ ਕਿਸੇ ਅਫਸਰ ਦੇ ਆਉਣ ਦੇ ਉੱਤੇ ਉਗਾਇਆ ਜਾਣਾ ਸੀਗਾ। ਤਾਂ ਉਹਨਾਂ ਨੇ 10-12 ਬੱਚਿਆਂ ਦਾ ਟਰਾਇਲ ਲਿਆ ਬਈ ਉਹ ਗੀਤ ਕਹਿੰਦੇ ਵੀ ਇਸ ਤਰ੍ਹਾਂ ਦੇ ਵਿੱਚ ਗਾ ਕੇ ਸੁਣਾਓ। ਤਾਂ ਮੈਨੂੰ ਚੇਤੇ ਆ ਕਿ ਉਹ ਸਾਰਿਆਂ ਤੋਂ ਵਧੀਆ ਮੈਂ ਗਾਇਆ। ਉਹਨਾਂ ਨੇ ਮਤਲਬ ਉਹ ਗੀਤ ਗਾਉਣ ਲਈ ਮੈਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਸਿਲੈਕਟ ਕੀਤਾ। ਫਿਰ ਦੋ ਹੋਰ ਬੱਚੇ ਜਿਹੜੇ ਸੀ, ਮੈਂ ਉਹਨਾਂ 'ਚ ਵੈਸੇ ਵੀ ਲੰਮਾ ਸੀਗਾ, ਤਾਂ ਉਹ ਦੋਨੇ ਬੱਚੇ ਇੱਕ ਮੇਰੇ ਸੱਜੇ ਕੱਢ ਦਿੰਦਾ ਇੱਕ ਖੱਬੇ। ਤੇ ਅਸੀਂ ਮੈਨੂੰ ਲੱਗਦਾ ਕਿ ਉਹ 20-25 ਥਾਵਾਂ ਤੇ ਜਾ ਕੇ ਕਿਤੇ ਟੂਰਨਾਮੈਂਟ ਸ਼ੁਰੂ ਹੋ ਰਿਹਾ, ਕਿਤੇ ਕੋਈ ਹੋਰ ਫੰਕਸ਼ਨ ਹੈ ਸਰਕਾਰੀ ਪ੍ਰੋਗਰਾਮ ਦੇ ਵਿੱਚ, ਉਹ ਸਵਾਗਤੀ ਗੀਤ ਅਸੀਂ ਗਾਉਂਦੇ ਹੁੰਦੇ ਸੀ। ਤਾਂ ਉੱਥੋਂ ਜਿਹੜਾ ਸੀ ਮਤਲਬ ਮੈਂ ਘਰੇ ਵੀ ਤੁਰਿਆ ਫਿਰਦਾ ਕਈ ਵਾਰ ਨਾ, ਜਿਵੇਂ ਅਚਾਨਕ ਕਿਸੇ ਬੈਠਾ ਮੇਰੀ ਲਿਵ ਲੱਗ ਜਾਣੀ, ਮੈਂ ਮੇਜ਼ ਦੇ ਉੱਤੇ ਥੱਪ ਪਾ ਕੇ ਕੁਝ ਨਾ ਕੁਝ ਆਪ ਹੀ ਗਾਉਣਾ ਸ਼ੁਰੂ ਕਰ ਦੇਣਾ। ਤਾਂ ਉਹ ਜਿਹੜੀ ਇੱਕ ਮੈਂ ਸਮਝਦਾ ਕਿ ਜਿਹੜੀ ਉਹ ਰਿਦਮ ਹੈ, ਇੱਕ ਜਿਹੜੀ ਉਹ ਤਾਲ ਹੈ, ਉਹ ਤਾਂ ਜ਼ਰੂਰ ਸੀਗੀ ਮੇਰੇ ਅੰਦਰ। ਤਾਂ ਫਿਰ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਜਿਹੜੇ ਅਖਬਾਰਾਂ ਰਸਾਲਿਆਂ ਦਾ ਬਹੁਤ ਆਉਣ ਜਾਣ ਸੀਗਾ। ਮੇਰੇ ਪਿਤਾ ਜੀ ਸਾਰੇ ਪੰਜਾਬੀ ਦੇ ਅਖਬਾਰ ਰਸਾਲੇ ਵਗੈਰਾ ਲੈ ਕੇ ਆਉਂਦੇ ਹੁੰਦੇ ਸੀ। ਤੇ ਉਹਨਾਂ ਦੇ ਵਿੱਚ ਮੈਂ ਜਦੋਂ ਪੋਇਟਰੀ ਪੜ੍ਹਦਾ ਸੀ ਤਾਂ ਉਹਨਾਂ 'ਚ ਜਿਹੜੀ ਰਿਦਮ ਵਾਲੀ ਪੋਇਟਰੀ ਜਿਹੜੀ ਪ੍ਰਗੀਤਕ ਜਿਹੜੀ ਸ਼ਾਇਰੀ ਹੈ, ਉਹ ਹਮੇਸ਼ਾ ਮੈਂ ਉਹਦੇ ਵੱਲ ਨੂੰ ਜਾਂਦਾ ਹੁੰਦਾ ਸੀ। ਤੇ ਉੱਥੋਂ ਪੜ੍ਹਦਿਆਂ ਗਜ਼ਲਾਂ ਮੈਨੂੰ ਚੰਗੀਆਂ ਲੱਗਣ ਲੱਗ ਪਈਆਂ। ਤੇ ਗਜ਼ਲ ਮੈਂ ਕਦੋਂ ਟਰਾਈ ਕਰਨੀ ਸ਼ੁਰੂ ਕਰਤੀ ਤੇ ਕਦੋਂ ਉਹਨੂੰ ਮੈਂ ਬਾਹਰ ਯਾਨੀ ਦਿਖਾਇਆ ਲੋਕਾਂ ਨੂੰ ਜਾਂ ਕਿਸੇ ਨੂੰ ਦਿਖਾਇਆ ਮੈਂ ਲਿਖਦਾ, ਮਤਲਬ ਕਈ ਸਾਲ ਤੋਂ ਮੈਂ ਦਿਖਾਇਆ ਕੋਈ ਨਹੀਂ, ਦੱਸਿਆ ਨਹੀਂ ਕਿਸੇ ਨੂੰ। ਤਾਂ ਇਸ ਤਰੀਕੇ ਦੇ ਨਾਲ ਉਹ ਗਜ਼ਲ ਮੈਂ ਨਿੱਕੇ ਹੁੰਦੇ ਤੋਂ ਹੀ ਸ਼ੁਰੂ ਕਰਤੀ ਸੀ। ਹਾਲਾਂਕਿ ਉਦੋਂ ਮੈਨੂੰ ਪਤਾ ਨਹੀਂ ਸੀ ਕਿ ਇਹਦਾ ਕੋਈ ਵਿਧਾਨ ਹੁੰਦਾ, ਇਹਦੇ ਕੋਈ ਅਸੂਲ ਹੁੰਦੇ ਆ। ਉਹ ਗੱਲਾਂ ਹੌਲੀ ਹੌਲੀ ਬਾਅਦ ਦੇ ਵਿੱਚ ਜਾ ਕੇ ਪੋਲਿਸ਼ ਹੋਈਆਂ। ਤੇ ਪਰ ਮੇਨ ਜਿਹੜਾ ਕਾਰਨ ਮੈਨੂੰ ਇਹੀ ਲੱਗਦਾ ਕਿ ਉਹ ਸੰਗੀਤ ਦਾ ਸ਼ੌਂਕ ਜਿਹਾ ਜਾਂ ਅੰਦਰ ਹੀ ਜਿਹੜਾ ਕੋਈ ਚੀਜ਼ ਸੀਗੀ ਜਿਹਨੇ ਮੈਨੂੰ ਗਜ਼ਲ ਵਾਲੇ ਪਾਸੇ ਪਾਇਆ। ਬਿਲਕੁਲ, ਕਿਉਂਕਿ ਜਿਹੜੀ ਗਜ਼ਲ ਹੈ ਉਹਦਾ ਸੰਗੀਤ ਦੇ ਨਾਲ ਤੇ ਬੜਾ ਡੂੰਘਾ ਤਾਲੁਕ ਹੈ। ਹਾਲਾਂਕਿ ਬਹੁਤ ਸਾਰੇ ਮੁਸ਼ਾਇਰਿਆਂ ਦੇ ਵਿੱਚ ਲੋਕੀ ਬਿਨਾਂ ਗਾ ਕੇ ਵੀ ਗਜ਼ਲ ਸੁਣਾਉਂਦੇ ਨੇ, ਪਰ ਜਦੋਂ ਤੁਸੀਂ ਉਹਨੂੰ ਸੰਗੀਤ ਦੇ ਨਾਲ ਜੋੜ ਕੇ ਪੇਸ਼ ਕਰਦੇ ਹੋ ਤੇ ਉਹਦਾ ਰੰਗ ਹੀ ਹੋਰ ਹੋ ਜਾਂਦਾ ਹੈ। ਤੇ ਜਿਵੇਂ ਤੁਸੀਂ ਦੱਸਿਆ ਕਿ ਗੀਤ ਵੀ ਤੁਸੀਂ ਮਤਲਬ ਗੁਣਗੁਣਾਉਂਦੇ, ਗੀਤ ਦੀਆਂ ਜਿਹੜੀਆਂ ਧੁਨਾਂ ਸੀ ਉਹ ਤੁਸੀਂ ਗੁਣਗੁਣਾਉਂਦੇ। ਤੁਹਾਨੂੰ ਲੱਗਦਾ ਕਿ ਗੀਤ ਔਰ ਗਜ਼ਲ ਜਿਹੜੀ ਹੈ ਕੋਈ ਮਤਲਬ ਕਿਸੇ ਪੱਧਰ ਦੇ ਉੱਤੇ ਇਹਨਾਂ ਦਾ ਕੋਈ ਆਪਸ ਦੇ ਵਿੱਚ ਕੋਈ ਮਾੜਾ ਮੋਟਾ ਸੰਬੰਧ ਬਣਦਾ ਹੋਵੇ? ਜੀ ਬਿਲਕੁਲ, ਸੰਬੰਧ ਤਾਂ ਹੈ ਹੀ ਹੈ। ਕਿਉਂਕਿ ਫਰਕ ਤਾਂ ਸਿਰਫ ਇੰਨਾ ਹੀ ਹੈ ਕਿ ਗੀਤ ਦਾ ਜਿਹੜਾ ਹੈ ਅਸੀਂ ਉਹਨੂੰ ਉਹ ਪਿੰਗਲ ਦੇ ਅਸੂਲਾਂ ਦੇ ਵਿੱਚ ਚੱਲਦਾ, ਤੇ ਗਜ਼ਲ ਜਿਹੜੀ ਹੈ ਉਹਦੇ ਵਾਸਤੇ ਅਰੂਜ਼ ਜਿਹੜਾ ਫਿਕਸ ਹੋਇਆ, ਭਾਵੇਂ ਉਹ ਬੇਸਿਕਲੀ ਉਹ ਮੂਲ ਪੰਜਾਬੀ ਦੀ ਨਹੀਂ ਹੈਗੀ ਵਿਧਾ, ਤੇ ਪਰ ਉਹ ਜਿਵੇਂ ਉਹ ਫਾਰਸੀ ਉਰਦੂ ਦੇ ਵਿੱਚ ਉਹਦਾ ਵਿਧਾਨ ਜਿਹੜਾ ਬਣਿਆ ਹੋਇਆ ਸੀਗਾ ਉਸੇ ਤਰ੍ਹਾਂ ਅਸੀਂ ਪੰਜਾਬੀ ਵਾਲਿਆਂ ਨੇ ਲਿਆ। ਤੇ ਉਹਨੂੰ ਜਿਹੜਾ ਹੈ ਮੈਂ ਸਮਝਦਾ ਕਿ ਉਹਨੂੰ ਸਿੱਖਣਾ ਵੀ ਚੰਗੀ ਗੱਲ ਹੈ, ਜ਼ਰੂਰੀ ਵੀ ਹੈ, ਕਿਉਂਕਿ ਜੇ ਅਸੀਂ ਲਿਖ ਰਹੇ ਹਾਂ ਗਜ਼ਲ ਤਾਂ ਉਹ ਗਜ਼ਲ ਹੋਣੀ ਵੀ ਜ਼ਰੂਰੀ ਹੈ। ਤੇ ਗੀਤ ਤੇ ਗਜ਼ਲ ਦੇ ਵਿੱਚ ਜਿਹੜੀ ਸਾਂਝੀ ਚੀਜ਼ ਇਹ ਹੋਇਆ ਕਿ ਉਹਦੇ ਵਿੱਚ ਤਾਲ ਹੈ। ਉਹ ਯਾਨੀ ਇੱਕ ਉਸ ਤਾਲ ਦੇ ਵਿੱਚ ਬੱਝੀ ਹੋਈ ਹੈ, ਉਹਨਾਂ ਅਸੂਲਾਂ ਦੇ ਵਿੱਚ ਬੱਝੀ ਹੋਈ ਚੀਜ਼ ਹੈ। ਉਹ ਆਪ ਮੁਹਾਰੀ ਨਹੀਂ, ਉਹ ਇਹ ਨਹੀਂ ਕਿ ਗੀਤ ਜਾਂ ਗਜ਼ਲ ਕੋਈ ਉਹਦਾ ਮਿਸਰਾ ਜਾਂ ਕੋਈ ਲਾਈਨ ਜਿਹੜੀ ਕਿਸੇ ਪਾਸੇ ਨਿਕਲ ਗਈ ਕੋਈ ਕਿਸੇ ਪਾਸੇ, ਇਸ ਤਰ੍ਹਾਂ ਨਹੀਂ ਹੋਏਗਾ। ਉਹ ਇੱਕ ਬਕਾਇਦਾ ਤੌਰ ਤੇ ਉਸ ਫਰੇਮ ਦੇ ਵਿੱਚ ਬੱਝੀਆਂ ਹੋਈਆਂ ਚੀਜ਼ਾਂ ਦੋਨੋਂ, ਇਹ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ
ਇੱਕ ਬੜੀ ਸਿਮਿਲੈਰਿਟੀ ਰਿਦਮ ਜਿਹੜਾ ਹੈ, ਰਿਦਮ ਇਹਦਾ ਇਹਨਾਂ ਦਾ ਕੋਈ ਹੈਗਾ। ਇਹਨਾਂ ਦੀ ਤਾਲ। ਤੇ ਇਹ ਜਿਹੜੀ ਆਪਣਾ ਇਹ ਦੱਸੋ ਕਿ ਫਾਇਲਾਤੁਨ ਜਿਹੜੀ ਆਪਾਂ ਗੱਲ ਕਰਦੇ ਹਾਂ, ਤੁਸੀਂ ਅਰੂਜ਼ ਦੀ ਗੱਲ ਕੀਤੀ ਹੈ, ਤੇ ਇਹ ਗਜ਼ਲ ਵਾਸਤੇ ਕਿੰਨੀ ਕੁ ਜ਼ਰੂਰੀ ਹੈ ਤੇ ਕਿਸ ਹੱਦ ਤੱਕ ਕਿਸੇ ਵੀ ਅੱਛੇ ਗਜ਼ਲਕਾਰ ਨੂੰ ਇਹਦੀ ਵਰਤੋਂ ਕਰਨੀ ਚਾਹੀਦੀ? ਜੀ, ਦਰਅਸਲ ਜਦੋਂ ਕਿਤੇ ਇਸ ਤਰ੍ਹਾਂ ਦੀ ਗੱਲ ਚੱਲਦੀ ਹੈ ਤਾਂ ਮੈਂ ਅਕਸਰ ਹੀ ਮੈਂ ਸਿਆਣੇ ਦੇ ਵੱਡੇ ਸਾਹਿਤਕਾਰਾਂ ਦੇ ਮੂੰਹੋਂ ਵੀ ਸੁਣਿਆ ਕਿ ਪਹਿਲਾਂ ਅਸੀਂ ਵਿਚਾਰ ਪ੍ਰਗਟ ਕਰਦੇ ਹਾਂ। ਸਾਡੇ ਮਨ ਦੇ ਵਿੱਚ ਕੋਈ ਵਿਚਾਰ ਹੈ, ਅਸੀਂ ਉਹਨੂੰ ਲਿਆਉਣਾ ਚਾਹੁੰਦੇ ਹਾਂ ਲਿਖਤੀ ਰੂਪ ਦੇ ਵਿੱਚ, ਸ਼ਬਦਾਂ ਦੇ ਰੂਪ ਦੇ ਵਿੱਚ, ਤੇ ਉਸ ਤੋਂ ਬਾਅਦ ਅਸੀਂ ਦੇਖਦੇ ਕਿ ਸਾਨੂੰ ਮੁਹਾਰਤ ਕਿਹੜੀ ਵਿਧਾ ਦੇ ਵਿੱਚ ਹੈ। ਕੀ ਅਸੀਂ ਉਹਨੂੰ ਖੁੱਲੀ ਕਵਿਤਾ ਦੇ ਵਿੱਚ ਪੇਸ਼ ਕਰ ਸਕਦੇ, ਕੀ ਅਸੀਂ ਉਹਨੂੰ ਗੀਤ ਬਣਾ ਸਕਦੇ ਹਾਂ, ਕੀ ਅਸੀਂ ਗਜ਼ਲ ਬਣਾ ਸਕਦੇ ਹਾਂ। ਤੇ ਜੇ ਅਸੀਂ ਗਜ਼ਲ ਵਾਲੇ ਪਾਸੇ ਤੁਰੇ ਤਾਂ ਜੇ ਉਹ ਉਸ ਵਿਧਾ ਦਾ ਨਾਮ ਗਜ਼ਲ ਪਿਆ ਤਾਂ ਉਹਦੇ ਪਿੱਛੇ ਜਿਹੜੀਆਂ ਉਹਦੀ ਬੈਕਗਰਾਊਂਡ ਦੇ ਵਿੱਚ ਚੀਜ਼ਾਂ ਪਈਆਂ, ਉਹਦਾ ਵਿਧਾਨ ਪਿਆ ਹੈਗਾ, ਤਾਂ ਉਹਨੂੰ ਸਿੱਖਣਾ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਜ਼ਰੂਰੀ ਹੈ। ਤੇ ਉਹਦੇ ਤੋਂ ਬਿਨਾਂ ਜੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਉਹ ਘੱਟੋ ਘੱਟ ਅਸੀਂ ਉਹਦੇ ਉੱਪਰ ਉਹਦਾ ਟਾਈਟਲ ਗਜ਼ਲ ਨਹੀਂ ਲਿਖ ਸਕਦੇ। ਜੇ ਅਸੀਂ ਉਹ ਅਸੂਲਾਂ ਦੀ ਪਾਲਣਾ ਨਹੀਂ ਕੀਤੀ ਤਾਂ ਇਹਦੇ ਵਿੱਚ ਗੱਲ ਸਿਰਫ ਇਹਦੀ ਹੈ ਕਿ ਜਿਹੜਾ ਇਹ ਜਿਵੇਂ ਤੁਸੀਂ ਇੱਕ ਰੁਕਨ ਦਾ ਨਾਂ ਲਿਆ ਫਾਇਲਾਤੁਨ, ਹੁਣ ਇਹਦੇ ਵਿੱਚ 19 ਬਹਿਰਾਂ ਨੇ ਗਜ਼ਲ ਦੀਆਂ, ਉਹਨਾਂ ਨੂੰ ਅੱਗੇ ਦੀ ਅੱਗੇ ਜਿਵੇਂ ਸਾਡੇ ਸ਼ਾਇਰਾਂ ਨੇ ਬੜੇ ਤਜਰਬੇ ਕੀਤੇ ਉਹਦੇ 'ਚ, ਅੱਗੇ ਉਹਨਾਂ ਨੂੰ ਤੋੜ ਕੇ 19 ਤੋਂ ਗਾਹਾਂ ਹੋਰ ਵੀ ਬੜੀਆਂ ਬਹਿਰਾਂ ਬਣਾ ਲਈਆਂ। ਇਹ ਜਿਹੜੇ ਫਾਇਲਾਤੁਨ ਵਗੈਰਾ ਸਾਰੇ ਰੁਕਨ ਜਿਹੜੇ ਨੇ ਇਹ ਇੱਕ ਤਰ੍ਹਾਂ ਦੇ ਵੱਟੇ। ਅਸੀਂ ਜਦੋਂ ਇੱਕ ਮਿਸਰੇ ਨੂੰ, ਜਦੋਂ ਇੱਕ ਸਤਰ ਨੂੰ ਅਸੀਂ ਤੋਲਦੇ ਹਾਂ ਤਾਂ ਗਜ਼ਲ ਦਾ ਇਹ ਕਿ ਜਿਹੜਾ ਉਹਦਾ ਮਿਸਰਾ ਸਾਨੀ, ਜਿਹੜਾ ਉਹਦਾ ਮਿਸਰਾ ਅਵਲ ਹੁੰਦਾ ਹੈ, ਪਹਿਲਾ ਮਿਸਰਾ ਉਹਦਾ, ਕਿਸੇ ਵੀ ਉਹਦਾ ਅਸੀਂ ਜੋ ਮਤਲਬ ਲਿਖਦੇ ਸ਼ੁਰੂ ਦੇ ਵਿੱਚ ਜਿਹਨੂੰ ਅਸੀਂ ਮੁਖੜਾ ਕਹਿ ਸਕਦੇ ਹਾਂ, ਤਾਂ ਉਹ ਜਿਹੜਾ ਮਿਸਰਾ ਅਵਲ ਹੁੰਦਾ ਹੈ ਉਹ ਨਿਰਧਾਰਿਤ ਕਰਦਾ ਹੈ ਕਿ ਇਹ ਗਜ਼ਲ ਜਿਹੜੀ ਹੈ ਉਹ ਕਿਸ ਫਾਰਮੈਟ ਦੇ ਵਿੱਚ ਚੱਲਦੀ ਹੈ। ਤਾਂ ਅਸੀਂ ਫਿਰ ਇਹ ਹੈ ਕਿ ਫਿਰ ਅਸੀਂ ਉਸ ਅਸੂਲ ਤੋਂ ਬਾਹਰ ਨਹੀਂ ਹੋ ਸਕਦੇ। ਤੇ ਜਿਹੜੀ ਅਕਸਰ ਇਹ ਗੱਲ ਆਮ ਵੀ ਕਹੀ ਜਾਂਦੀ ਕਿ ਵੀ ਇੰਨੇ ਅਸੂਲਾਂ ਦੇ ਵਿੱਚ ਪੋਇਟਰੀ ਕਿਵੇਂ ਸਰਵਾਈਵ ਕਰਦੀ ਹੈ, ਇੰਨੀ ਜਿਹੜੇ ਪੀढ़े ਜਿਹੜੇ ਤਰ੍ਹਾਂ ਦੇ ਅਸੂਲ ਹੈਗੇ ਆ ਵੀ ਕੀ ਇਹ ਵਿਚਾਰ ਨੂੰ ਨਹੀਂ ਖਤਮ ਕਰ ਦਿੰਦੇ। ਤਾਂ ਉਹਦੇ ਵਾਸਤੇ ਤਾਂ ਜਿਹੜਾ ਮੇਰਾ ਤਜਰਬਾ ਆਪਣਾ, ਭਾਵੇਂ ਮੈਂ ਕੋਈ ਜ਼ਿਆਦਾ ਕੋਈ ਲੰਬਾ ਮੇਰਾ ਸਫ਼ਰ ਨਹੀਂ ਇਸ ਪਾਸੇ, ਪਰ ਇਹ ਹੈ ਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੀ ਗਜ਼ਲ ਹੈ ਉਹਦੀ ਜਿਹੜੀ ਤਾਲ ਹੈ, ਉਹਦੇ ਜਿਹੜੇ ਅਸੂਲ ਹੈ, ਉਹ ਬਿਲਕੁਲ ਜੇ ਅਸੀਂ ਉਹਨਾਂ ਨੂੰ ਆਪਦੇ ਦਿਲ ਦੀ ਧੜਕਣ ਦੇ ਨਾਲ ਤੁਲਨਾ ਸਕਦੇ। ਕਿਉਂਕਿ ਜਦੋਂ ਅਸੀਂ ਤੁਹਾਨੂੰ ਸੁਣਦੇ ਹਾਂ, ਤੁਹਾਡੀਆਂ ਗਜ਼ਲਾਂ ਸੁਣਦੇ ਹਾਂ, ਤੇ ਦਰਸ਼ਕ ਦੇ ਤੌਰ ਤੇ ਜਾਂ ਸਰੋਤੇ ਦੇ ਤੌਰ ਦੇ ਉੱਤੇ ਇਹ ਫਾਇਲਾਤੁਨ ਵੱਲ ਧਿਆਨ ਬਿਲਕੁਲ ਨਹੀਂ ਜਾਂਦਾ। ਇਹ ਵੀ ਪਤਾ ਲੱਗ ਰਿਹਾ ਹੁੰਦਾ ਕਿ ਗਜ਼ਲ ਸੁਣਾਈ ਜਾ ਰਹੀ ਹੈ, ਪਰ ਜਿਹੜਾ ਤੁਹਾਡੇ ਅੰਦਰ ਉਹਦਾ ਜਿਹੜਾ ਮੀਨਿੰਗ ਹੈ ਨਾ, ਉਹ ਉਸ ਮੀਨਿੰਗ ਦੇ ਵਿੱਚ ਲੁਕਿਆ ਹੋਇਆ ਜਿਹੜਾ ਵਿਅੰਗ ਹੈ। ਤੁਹਾਡੀਆਂ ਬਹੁਤੀਆਂ ਗਜ਼ਲਾਂ ਦੇ ਵਿੱਚ ਇਹੋ ਜਿਹਾ ਵਿਅੰਗ ਜਿਹੜਾ ਇੱਕ ਹਲਕਾ ਵਿਅੰਗ ਨਹੀਂ, ਪਰ ਉਹਦੇ ਵਿੱਚ ਲੁਕਿਆ ਹੋਇਆ ਵਿਅੰਗ ਹੈ, ਉਹ ਜਿਹੜਾ ਤੁਹਾਡੇ ਇੱਥੇ ਅੰਦਰ ਰੂਹ ਤੱਕ ਤੁਹਾਡੀ ਆਪਣੀ ਜਿਹੜੀ ਹੈ ਨਾ ਉਹਦਾ ਅਸਰ ਪਾਉਂਦਾ ਹੈ। ਔਰ ਇਸੇ ਕਰਕੇ ਤੁਹਾਡੀ ਗਜ਼ਲ ਸੁਣਦਿਆਂ ਕਈ ਵਾਰੀ ਵਾਹ ਜਿਹੜੀ ਹੈ ਬਹੁਤ, ਤੁਸੀਂ ਦੇਖੋ ਦਰਸ਼ਕਾਂ ਦੇ ਵੀ ਨਿਕਲਦੀ ਆ, ਔਰ ਹਾਲ ਦੇ ਵਿੱਚ ਤਾੜੀਆਂ ਜਿਹੜੀਆਂ ਨੇ ਉਹਦੇ ਨਾਲ ਵੀ ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ। ਤੇ ਇਹ ਇਸੇ ਕਰਕੇ ਮੈਂ ਤੁਹਾਨੂੰ ਇਹ ਸਵਾਲ ਪੁੱਛਿਆ ਕਿ ਫਾਇਲਾਤੁਨ ਤਾਂ ਹੁੰਦਾ ਹੈ, ਲੇਕਿਨ ਜਦੋਂ ਅਸੀਂ ਸੁਣਦੇ ਹਾਂ ਗਜ਼ਲ, ਸਾਡਾ ਬਿਲਕੁਲ ਫਾਇਲਾਤੁਨ ਵੱਲ ਧਿਆਨ ਨਹੀਂ ਹੁੰਦਾ। ਉਹਦਾ ਇਹੀ ਆ ਕਿ ਜਿਹੜਾ ਦਾ ਮੂਲ ਆਧਾਰ ਹੈ ਕਵਿਤਾ ਦਾ ਕਿਸੇ ਵੀ ਫਾਰਮ ਦੇ ਵਿੱਚ ਹੋਵੇ, ਉਹ ਹੈ ਤਾਂ ਵਿਚਾਰ ਹੈ। ਹਾਂਜੀ, ਅਸੀਂ ਜੇ ਨਿਰਾ ਹੁਣ ਜੇ ਅਸੀਂ ਮਤਲਬ ਜਿਹੜੇ ਫਾਇਲ ਜਿੰਨੇ ਜੇ ਇਹਦਾ ਜਿਹੜਾ ਅਰੂਜ਼ ਹੈ, ਜੇ ਅਸੀਂ ਸਿਰਫ ਉਹਦਾ ਮਿਸਤਰੀਪੁਣਾ ਹੀ ਕਰੀ ਜਾਵਾਂਗੇ ਤਾਂ ਉਹਦੇ ਵਿੱਚ ਕੋਈ ਵਿਚਾਰ ਨਹੀਂ ਹੋਊਗਾ, ਕੋਈ ਉਹਦੇ ਪਿੱਛੇ ਕਿਸੇ ਨੂੰ ਕੋਈ ਸੋਚਣ ਲਈ ਮਜਬੂਰ ਕਰਨ ਲਈ ਕੋਈ ਗੱਲ ਨਹੀਂ ਹੋਊਗੀ, ਤਾਂ ਉਹ ਕਿਸੇ ਦੇ ਮੂੰਹੋਂ ਬਾਹਰ ਨਹੀਂ ਨਿਕਲੂਗੀ। ਤਾਂ ਜਿਹੜੇ ਉਹ ਉਸ ਚੀਜ਼ ਦਾ ਜਿਹੜੇ ਚੰਦ ਕੁ ਬੰਦੇ ਲੁਤਫ ਲੈ ਸਕਦੇ ਆ, ਜਿਨ੍ਹਾਂ ਨੂੰ ਬੜੀ ਚੰਗੀ ਤਰ੍ਹਾਂ ਅਰੂਜ਼ ਦਾ ਪਤਾ, ਜਿਨ੍ਹਾਂ ਨੂੰ ਪਤਾ ਕਿ ਬਈ ਕਿਹੜੀ ਬਹਿਰ ਦੇ ਵਿੱਚ ਬੰਦਾ ਬੋਲ ਰਿਹਾ ਹੈ, ਇਹ ਕਾਫੀ ਅਰਦੀਪ ਕੀ ਹੈ, ਇਹਦੇ 'ਚ ਜਿਹੜੇ ਕਿਹੜੇ ਰੁਕਨ ਇਹਨੇ ਫਿੱਟ ਕੀਤੇ ਆ, ਕੀ ਹੋਇਆ, ਉਹ ਬੰਦੇ ਦੋ ਚਾਰ ਜਿਹੜੇ ਹੋ ਸਕਦੇ ਆ ਜਾਣਕਾਰ ਹੋਣ, ਉਹ ਇੰਜੋਏ ਕਰ ਸਕਦੇ ਆ। ਪਰ ਅਸਲ ਜਿਹੜਾ ਹੈਗਾ ਉਹ ਚੀਜ਼ ਤਾਂ ਪੋਇਟਰੀ ਹੈ, ਉਹ ਕਵਿਤਾ ਹੈ। ਉਹ ਕਵਿਤਾ ਜਿਹੜੀ ਅਸੀਂ ਗਜ਼ਲ ਦੇ ਫਾਰਮ ਦੇ ਵਿੱਚ ਲਿਆ ਕੇ ਪੇਸ਼ ਕਰਦੇ, ਬਸ ਫਰਕ ਇੰਨਾ ਕੁ। ਤਾਂ ਇਸ ਕਰਕੇ ਜਿਹੜਾ ਮਤਲਬ ਮੈਂ ਸਮਝਦਾ ਕਿ ਨਿਰਾ ਜਿਹੜਾ ਮਿਸਤਰੀਪੁਣਾ ਉਹ ਸਾਨੂੰ ਲੋਕਾਂ ਤੱਕ ਪਹੁੰਚਾ ਨਹੀਂ ਸਕਦਾ, ਔਰ ਅਸਲ ਜਿਹੜੇ ਪੋਇਟਰੀ ਦੀ ਜਿਹੜੀ ਅਸਲ ਸ਼ਕਲ ਹੈ ਉਹਦੇ ਤੱਕ ਅਸੀਂ ਪਹੁੰਚ। ਤੇ ਤੁਹਾਡੀ ਗੱਲ ਸੁਣ ਕੇ ਮੈਨੂੰ ਆਪਣਾ ਮਰਹੂਮ ਨਿਰੰਜਨ ਸਿੰਘ ਨੂਰ ਜਿਹੜੇ ਸਾਡੇ ਇੱਥੇ ਵੁਲਵਰਹੈਂਪਟਨ ਦੇ ਬਹੁਤ ਅੱਛੇ ਸ਼ਾਇਰ ਸਨ, ਉਹਨਾਂ ਨੇ ਵੀ ਗਜ਼ਲਾਂ ਬਹੁਤ ਲਿਖੀਆਂ, ਔਰ ਉਹ ਇੱਕ ਜਦੋਂ ਜਦੋਂ ਫਾਇਲਾਤੁਨ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨੂੰ ਮਿਸਤਰੀਪੁਣਾ ਵਾਲਾ, ਜਦੋਂ ਬਹੁਤ ਗੱਲਾਂ ਕਰਨ ਲੱਗ ਜਾਂਦੇ ਨੇ ਲੋਕੀ, ਤਾਂ ਉਹਨਾਂ ਨੇ ਉਹਨਾਂ ਲੋਕਾਂ ਵਾਸਤੇ ਇੱਕ ਸ਼ੇਰ ਵੀ ਲਿਖਿਆ ਸੀ, ਗਜ਼ਲ ਦੀ ਅੱਖ ਵਿੱਚ ਜੇ ਰੰਗੇ ਤਾਂ ਗਜ਼ਲ ਨਾ ਰਿਹਾ, ਫਾਇਲਾਤੁਨ ਰਗੜ ਕੇ ਕਿਸ ਕਾਫੀਏ ਤੇ ਲਾਓਗੇ।
ਤੇ ਤੁਹਾਡੀ ਜਿਹੜੀ ਗਜ਼ਲ ਹੈ ਉਹਦੇ ਵਿੱਚ ਵੀ ਸਾਨੂੰ ਇੱਕ ਜਿਹੜਾ ਫਿਰ ਮੈਂ ਕਹਾਂਗੀ ਕਿ ਜਿਹੜਾ ਇੱਕ ਛੁਪਿਆ ਹੋਇਆ ਜਿਹੜਾ ਵਿਅੰਗ ਹੈ, ਉਹ ਵਿਅੰਗ ਜਿਹੜਾ ਰੂਹ ਤੱਕ ਤੁਹਾਡੀ ਕਾਟ ਕਰਦਾ ਹੈ। ਤੇ ਮੈਂ ਚਾਹਾਂਗੀ ਕਿ ਉਸ ਤਰ੍ਹਾਂ ਦੀ ਤੁਹਾਡੀ ਉਸ ਤਰ੍ਹਾਂ ਦੇ ਵਿਅੰਗ ਵਾਲੀ ਕੋਈ ਗਜ਼ਲ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੀ ਸੁਣਾਓ। ਜੀ ਜ਼ਰੂਰ। ਹਾਂਜੀ ਹਾਂਜੀ। ਅਸਲ 'ਚ ਮੈਂ ਇਹ ਮਹਿਸੂਸ ਕਰਦਾ ਕਿ ਹਰ ਇੱਕ ਜਿਹੜਾ ਕੋਈ ਸਾਹਿਤਕਾਰ ਹੈ ਨਾ, ਉਹਦਾ ਇੱਕ ਆਪਦਾ ਇੱਕ ਏਜੰਡਾ ਹੁੰਦਾ। ਉਹ ਜ਼ਰੂਰੀ ਨਹੀਂ ਕਿ ਉਹ ਸਿਆਸੀ ਪਾਰਟੀਆਂ ਵਾਂਗ ਕੋਈ ਲਿਖਤੀ ਹੋਵੇ। ਹਾਂਜੀ। ਅਸੀਂ ਕੋਈ ਨਾ ਕੋਈ ਜਿਹੜਾ ਸਾਡੇ ਅੰਦਰ ਮਨ ਦੇ ਵਿੱਚ ਵਿਚਾਰ ਹੁੰਦਾ, ਅਸੀਂ ਉੱਤੇ ਪਹਿਰਾ ਦਿੰਦੇ। ਸਾਡੇ ਕੁਝ ਆਦਰਸ਼ ਹੁੰਦੇ, ਅਸੀਂ ਉਹਨਾਂ ਦੇ ਉੱਤੇ ਪਹਿਰਾ ਦਿੰਦੇ। ਤਾਂ ਜਿਹੜਾ ਮੁੱਢਲੇ ਤੌਰ ਤੇ ਹਰ ਸਾਹਿਤਕਾਰ ਦਾ ਜਿਹੜਾ ਫਰਜ਼ ਹੈ ਉਹ ਹੈਗਾ ਸਮਾਜ ਦੇ ਪ੍ਰਤੀ ਜਾਗਰੂਕ ਹੋਣਾ ਵੀ, ਤੇ ਸਮਾਜ ਦੇ ਪ੍ਰਤੀ ਜਿਹੜਾ ਸਾਡਾ ਮਤਲਬ ਫਰਜ਼ ਬਣਦਾ ਜਿਹੜਾ ਕਿ ਅਸੀਂ ਇਹ ਚੋਂ ਗੰਦਗੀ ਨੂੰ ਚੁਣੀਏ, ਇਹਦੇ ਸਾਫ਼ ਸੁਥਰਾਪਣ ਭਰੀਏ। ਤਾਂ ਉਹ ਜਿਹੜਾ ਏਜੰਡਾ ਹੈਗਾ ਉਹ ਮੈਂ ਕਹਿੰਦਾ ਕਿ ਹਰ ਸਾਹਿਤਕਾਰ ਦੇ ਅੰਦਰ ਉਹ ਹੋਣਾ ਜ਼ਰੂਰੀ ਹੈ, ਨਹੀਂ ਤਾਂ ਉਹ ਸਾਹਿਤ ਨਹੀਂ ਹੈ। ਬਿਲਕੁਲ ਬਿਲਕੁਲ। ਤਾਂ ਉਹ ਜਿਹੜੀ ਚੀਜ਼ ਹੈ ਉਹ ਆਪ ਮੁਹਾਰੇ ਮਤਲਬ ਉਹ ਹਰ ਇੱਕ ਪਰ ਇਹਦੇ ਵਿੱਚ ਇੱਕ ਮੈਂ ਤੁਹਾਨੂੰ ਇਸ ਫਿਰ ਤੁਸੀਂ ਕਿਉਂਕਿ ਸਮਾਜ ਦੀ ਇੱਕ ਗੱਲ ਕੀਤੀ ਹੈ, ਤੇ ਜਿਹੜੀ ਜਦੋਂ ਤੁਸੀਂ ਕੋਈ ਨਾ ਕੋਈ ਥੀਮ ਚੁਣਦੇ ਹੋ ਜਦੋਂ ਗਜ਼ਲ ਦੇ ਵਾਸਤੇ, ਕੀ ਉਹਦਾ ਤੁਹਾਡੇ ਕਿਸੇ ਪੱਧਰ ਦੇ ਉੱਤੇ ਸਿਰਫ ਨਿੱਜ ਨਾਲ ਵੀ ਸੰਬੰਧ ਹੁੰਦਾ ਹੈ? ਕੀ ਤੁਸੀਂ ਨਿੱਜ ਤੋਂ ਪਰ ਤੱਕ ਜਾਂਦੇ ਹੋ, ਨਿੱਜ ਤੋਂ ਸਮਾਜ ਤੱਕ ਜਾਂਦੇ ਹੋ, ਜਾਂ ਕਿ ਤੁਸੀਂ ਪਹਿਲਾਂ ਇੱਕ ਵਿਚਾਰ ਬਣਾ ਲੈਂਦੇ ਹੋ ਕਿ ਮੈਂ ਇਸ ਵਿਚਾਰ ਦੇ ਉੱਤੇ ਕੁਝ ਲਿਖਣਾ ਹੈ? ਕਿਉਂਕਿ ਹਾਦਸੇ ਜ਼ਿੰਦਗੀ ਦੇ ਜਿਹੜੇ ਨੇ ਨਾ, ਉਹ ਵੀ ਕਈ ਵਾਰੀ ਉਸੇ ਮੈਨੂੰ ਲੱਗਦਾ ਕਿ ਹਾਦਸੇ ਹੀ ਡੈਪਥ ਲੈ ਕੇ ਆਉਂਦੇ ਨੇ, ਤੇ ਤੁਸੀਂ ਉਹਨਾਂ ਹਾਦਸਿਆਂ ਨੂੰ ਸਮਾਜ ਦੇ ਨਾਲ ਜੋੜਦੇ ਹੋ। ਜੀ ਜੀ ਬਿਲਕੁਲ। ਅਸਲ 'ਚ ਇਹ ਬੜਾ ਇੱਕ ਬਰੀਕ ਸਵਾਲ ਹੈ। ਦਰਅਸਲ ਗੱਲ ਇਹ ਹੁੰਦੀ ਹੈ ਕਿ ਜਿਹੜੀ ਪੋਇਟਰੀ ਹੈ, ਖਾਸ ਕਰਕੇ ਗਜ਼ਲ ਹੈ ਜਾਂ ਹੋਰ ਲਾ ਲਓ, ਇਹ ਕੋਈ ਪ੍ਰੋਜੈਕਟ ਵਰਕ ਨਹੀਂ ਹੈਗਾ ਕਿ ਅਸੀਂ ਮਤਲਬ ਮੈਂ ਜੇ ਸੋਚਿਆ ਕਿ ਮੈਂ ਕੱਲ ਨੂੰ 10 ਵਜੇ ਤੋਂ ਲੈ ਕੇ ਤੇ 1 ਵਜੇ ਤੱਕ ਮੈਂ ਇਸ ਵਿਚਾਰ ਦੇ ਉੱਤੇ ਇੱਕ ਗਜ਼ਲ ਲਿਖਣੀ ਹੈ, ਤਾਂ ਮੈਂ ਉਹ ਨਹੀਂ ਕਰ ਸਕਦਾ। ਉਹ ਉਸ ਚੀਜ਼ ਨੇ, ਉਹ ਸਾਡੇ ਅੰਦਰ ਜਿਹੜੀਆਂ ਚੀਜ਼ਾਂ ਨੇ, ਮੰਨ ਲਓ ਕਿ ਮੈਂ 2 ਸਾਲ ਕੁਝ ਵੀ ਨਹੀਂ ਲਿਖ ਸਕਿਆ, ਮੇਰੇ ਰੁਝੇਵੇਂ ਰਹੇ, ਮੈਨੂੰ ਕੋਈ ਤਕਲੀਫਾਂ ਰਹੀਆਂ, ਮੇਰੇ ਕੋਲ ਟਾਈਮ ਨਹੀਂ ਸੀਗਾ, ਤਾਂ ਉਹ ਜਿਹੜੇ 2-3 ਸਾਲ ਜੋ ਮੈਂ ਨਹੀਂ ਕੁਝ ਲਿਖ ਸਕਿਆ ਉਹ ਕਿਤੇ ਨਹੀਂ ਗਏ। ਉਹ ਤੁਹਾਡੇ ਅੰਦਰ ਲਿਖੀ ਜਾ ਰਹੀ ਸੀ, ਗਜ਼ਲ ਲਿਖੀ ਜਾ ਰਹੀ ਸੀ ਅੰਦਰ। ਉਹ ਸਾਰਾ ਜਿਹੜਾ ਇੱਕ ਆਵੇਸ਼ ਹੈ, ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਮੇਰੇ ਅੰਦਰ ਜਿਹੜੀਆਂ ਜਜ਼ਬ ਹੋ ਰਹੀਆਂ, ਉਹ ਉਹਨਾਂ ਨੇ ਪਤਾ ਨਹੀਂ ਕਿਸ ਵੇਲੇ, ਜਾਣੀ ਜਿਹੜਾ ਸਾਡੇ ਮਨ ਦੀ ਅਵਸਥਾ ਹੈ ਕਿ ਜਦੋਂ ਅਸੀਂ ਸੁਚੇਤ ਮਨ ਦੇ ਵਿੱਚ ਹੁੰਦੇ ਹਾਂ ਤਾਂ ਕਈ ਵਾਰ ਅਸੀਂ ਉਹ ਚੀਜ਼ਾਂ ਬਾਰੇ ਮਤਲਬ ਦਿਮਾਗ ਤੇ ਜ਼ੋਰ ਪਾ ਕੇ ਵੀ ਨਹੀਂ ਸੋਚ ਸਕਦੇ, ਪਰ ਕਈ ਵਾਰ ਕੁਝ ਐਸੇ ਮਨ ਦੀ ਹਾਲਤ ਹੁੰਦੀ ਕਿ ਉਹ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਫਿਲਮ ਦੇ ਰੂਪ ਦੇ ਵਿੱਚ ਤੁਹਾਡੇ ਮਨ ਦੇ ਉੱਪਰ ਦੀ ਲੰਘਦੀਆਂ, ਤਾਂ ਉਦੋਂ ਜਿਹੜੇ ਉਹ ਸ਼ਬਦ ਹੁੰਦੇ ਜੇ ਉਦੋਂ ਹੀ ਅਸੀਂ ਪਕੜ ਕੇ ਉਹਨਾਂ ਨੂੰ ਕਾਗਜ਼ ਦੇ ਉੱਤੇ ਲਾ ਲੈਂਦੇ, ਤਾਂ ਉਹ ਇੱਕ ਜਿਹੜੀ ਕਹਿ ਲਓ ਕਿ ਇੱਕ ਕੁਦਰਤੀ ਪੋਇਟਰੀ ਹੁੰਦੀ ਹੈ। ਅਸੀਂ ਕੋਈ ਜ਼ੋਰ ਲਾ ਕੇ, ਕੋਈ ਧੱਕਾ ਕਰਕੇ ਕੁਝ ਨਹੀਂ ਲਿਖਦੇ। ਤਾਂ ਉਹ ਜਿਹੜੀ ਹੈਗੀ ਆ, ਇਸ ਤਰ੍ਹਾਂ ਜਿਹੜੇ ਉਹ ਵਿਚਾਰ ਆਉਂਦੇ ਨੇ। ਤਾਂ ਮਤਲਬ ਮੇਰਾ ਕਹਿਣ ਦਾ ਭਾਵ ਹੈ ਕਿ ਜਿਹੜੀ ਪੋਇਟਰੀ ਹੈ ਉਹ ਆਪਣੇ ਆਪ ਆਉਂਦੀ ਹੈ, ਤੇ ਜਿਹੜੀਆਂ ਕੁਝ ਗੱਲਾਂ ਹੁੰਦੀਆਂ ਕਿ ਉਹ ਮਤਲਬ ਆਮਦ ਜਾਂ ਕੁਝ ਉਹਨਾਂ ਬਾਰੇ ਮੈਂ ਦਸਤਾਰ ਦੇ ਵਿੱਚ ਨਹੀਂ ਜਾਂਦਾ, ਪਰ ਇਹ ਕਿ ਜਿਹੜੀ ਕਵਿਤਾ ਹੈ ਉਹ ਆਪਣੇ ਆਪ ਆਉਂਦੀ ਹੈ। ਤੇ ਉਸ ਤੋਂ ਬਾਅਦ ਜਿਹੜੀ ਹੁਣ ਉਹਨੂੰ ਸ਼ਕਲ ਕਿਹੜੀ ਦੇਣੀ ਹੈ ਉਹ ਬੰਦੇ ਦੀ ਆਪਦੀ ਮੁਹਾਰਤ ਦੇ ਉੱਤੇ ਤਾਂ ਜਿਹੜੀ ਉਹ ਤੁਸੀਂ ਸਮਾਜ ਦੇ ਬਾਰੇ ਪ੍ਰਤੀਬੱਧਤਾ ਦੀ ਗੱਲ ਕੀਤੀ ਹੈ, ਤਾਂ ਉਹਦੇ ਬਾਰੇ ਮੈਂ ਕੁਝ ਸ਼ੇਰ ਮੈਂ ਤੁਹਾਡੇ ਸਾਹਮਣੇ ਕਰਦਾ। ਇਰਸ਼ਾਦ। ਕਿ ਤਿਹਾਏ ਦੌਰ ਦਾ ਚਿਹਰਾ ਪੜੇ ਕਿਹੜਾ, ਵਾਹ, ਤਿਹਾਏ ਦੌਰ ਦਾ ਚਿਹਰਾ ਪੜੇ ਕਿਹੜਾ, ਮੇਰੇ ਹਿੱਸੇ ਦੀ ਸੂਲੀ ਤੇ ਚੜੇ ਕਿਹੜਾ, ਵਾਹ, ਭਲਾ ਸੀ ਜੇ ਕਿਸੇ ਰੁੱਖ ਹੇਠ ਉਗ ਪੈਂਦਾ, ਵਾਹ, ਭਲਾ ਸੀ ਜੇ ਕਿਸੇ ਰੁੱਖ ਹੇਠ ਉਗ ਪੈਂਦਾ, ਕਿ ਵਰਦੀ ਅੱਗ ਵਿੱਚ ਧੁੱਪੇ ਖੜੇ ਕਿਹੜਾ, ਵਾਹ, ਬਹੁਤ। ਅਜੇ ਤਾਂ ਭੁਰਦੀਆਂ ਛੱਤਾਂ ਦੀਆਂ ਕੜੀਆਂ, ਵਾਹ, ਅਜੇ ਤਾਂ ਭੁਰਦੀਆਂ ਛੱਤਾਂ ਦੀਆਂ ਕੜੀਆਂ, ਗਲੇਡੂ ਅਰਸ਼ ਦੇ ਉੱਤੇ ਜੜੇ ਕਿਹੜਾ, ਵਾਹ, ਬਹੁਤ ਖੂਬ। ਔਰ ਜਦੋਂ ਆਪਣੇ ਹੀ ਮੱਥੇ ਮੱਸਿਆ ਹੋਵੇ, ਪਰਾਈ ਆਸ ਦੇ ਜੁਗ ਨੂੰ ਫੜੇ ਕਿਹੜਾ, ਤੇ ਇਹਦਾ ਸ਼ੇਰ ਕਿ ਨਹੀਂ ਜਾਣਾ ਮੈਂ ਉਸ ਪਾਸੇ ਤਾਂ ਸ਼ੀਸ਼ੇ ਨੇ, ਨਹੀਂ ਜਾਣਾ ਮੈਂ ਉਸ ਪਾਸੇ ਤਾਂ ਸ਼ੀਸ਼ੇ ਨੇ, ਖੁਦ ਆਪਣੇ ਆਪ ਦੇ ਸਾਹਮਣੇ ਖੜੇ ਕਿਹੜਾ, ਵਾਹ, ਬਹੁਤ। ਤਾਂ ਇਹ ਮੈਂ ਸਮਝਦਾ ਕਿ ਜੇ ਸਾਡੇ ਅੰਦਰ ਇਸ ਕਿਸਮ ਦੀ ਜਿਹੜੀ ਭਾਵਨਾ ਹੈ, ਅਸੀਂ ਸਮਾਜ ਨਾਲ ਜੁੜੇ ਹੋਏ ਹਾਂ, ਆਪਣੇ ਆਪ ਨੂੰ ਸਮਾਜ ਦਾ ਅੰਗ ਮੰਨਦੇ ਹਾਂ, ਤਾਂ ਇਸ ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਵਾਲੀਆਂ ਗੱਲਾਂ ਉਹ ਆਪਣੇ ਆਪ ਦਸਤਕ ਦਿੰਦੀਆਂ। ਸਾਨੂੰ ਕਿਸੇ ਕਿਸਮ ਦੀ ਸਟਰਗਲ, ਕੋਈ ਘੋਲ, ਕੋਈ ਜ਼ੋਰ ਨਹੀਂ ਲਾਉਣਾ। ਤੇ ਇਹ ਆਮ ਕਿਹਾ ਜਾਂਦਾ ਹੈ ਜਿਹੜਾ ਸਾਹਿਤ ਬਾਰੇ, ਸਿਰਫ ਗਜ਼ਲ ਬਾਰੇ ਨਹੀਂ,
ਪੂਰੀ ਸਮੁੱਚੀ ਕਵਿਤਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਸਾਹਿਤ ਜਿਹੜਾ ਜਾਂ ਸ਼ਾਇਰੀ ਜਿਹੜੀ ਹੈ ਇਹ ਵਿਗੋਚਿਆਂ ਦੇ ਵਿੱਚੋਂ ਪੈਦਾ ਹੁੰਦੀ ਹੈ। ਤੁਸੀਂ ਇਸ ਵਿਚਾਰ ਨਾਲ ਕਿੱਥੋਂ ਤੱਕ ਸਹਿਮਤ ਹੋ? ਸ਼ਾਇਰੀ ਅਸਲ 'ਚ ਮੈਨੂੰ ਇਹ ਲੱਗਦਾ ਕਿ ਸ਼ਾਇਰੀ ਨੂੰ ਪੈਦਾ ਹੋਣ ਵਾਸਤੇ ਜਿਹੜੇ ਹੈ ਕਿਸੇ ਖਾਸ ਮਾਹੌਲ ਦੀ ਲੋੜ ਨਹੀਂ ਹੈਗੀ। ਹਾਂ, ਜਿਹੜੀ ਇਸ ਕਿਸਮ ਦੇ ਵਿਗੋਚੇ ਨੇ, ਜਿਹੜੀਆਂ ਅਸਫਲਤਾਵਾਂ ਨੇ, ਜਿਹੜੀਆਂ ਅਧੂਰੀਆਂ ਇੱਛਾਵਾਂ ਨੇ, ਜਿਹੜੇ ਟੁੱਟੀਆਂ ਹੋਈਆਂ ਜਿਹੜੀਆਂ ਸਧਰਾਂ ਨੇ, ਉਹ ਸ਼ਾਇਰੀ ਨੂੰ ਅਮੀਰ ਕਰਦੀਆਂ ਨੇ। ਸ਼ਾਇਰੀ ਤੁਹਾਡੇ ਅੰਦਰ ਹੈਗੀ ਹੈ, ਪਰ ਇਹ ਜਿਹੜੀਆਂ ਚੀਜ਼ਾਂ ਨੇ ਸ਼ਾਇਰੀ ਨੂੰ ਤਿੱਖੀ ਕਰਨ ਵਾਸਤੇ, ਉਹਨੂੰ ਤੀਵਰ ਕਰਨ ਵਾਸਤੇ, ਉਹਨੂੰ ਐਸੀ ਬਣਾਉਣ ਵਾਸਤੇ ਕਿ ਸੁਣਨ ਵਾਲੇ ਦੇ ਦਿਲ ਦੇ ਅੰਦਰ ਵੜ ਜਾਵੇ। ਉਹ ਜੇ ਕੋਈ ਜਿਹੜਾ ਸ਼ਾਇਰ ਹੈ ਉਹ ਇਹਨਾਂ ਚੀਜ਼ਾਂ ਦੇ ਵਿੱਚ ਦੀ ਲੰਘਿਆ ਹੋਇਆ, ਜਿਹੜੀਆਂ ਇਹ ਅਧੂਰੀਆਂ ਚੀਜ਼ਾਂ ਨੇ, ਟੁੱਟੇ ਹੋਏ ਦਿਲ ਨੇ, ਇਹਨਾਂ ਚੀਜ਼ਾਂ ਦੇ ਵਿੱਚ ਲੰਘਿਆ, ਤਾਂ ਉਹ ਸ਼ਾਇਰੀ ਜਿਹੜੀ ਉਹ ਪੋਲਿਸ਼ ਹੋ ਜਾਂਦੀ ਹੈ। ਉਹਦੀ ਜਿਹੜੀ ਹੈਗੀ ਆ, ਕਹਿ ਲਓ ਕਿ ਪਹੁੰਚ ਜਿਹੜੀ ਆ, ਉਹ ਇੱਕ ਸੰਵੇਦਨਸ਼ੀਲ ਸਰੋਤੇ ਦੇ ਜਾਂ ਪਾਠਕ ਦੇ ਮਨ ਤੱਕ ਸਿੱਧੀ ਬਣ ਜਾਂਦੀ ਹੈ। ਅੱਛਾ, ਇੱਥੇ ਇੱਕ ਤੁਹਾਡੀਆਂ ਹੋਰ ਵੀ ਗਜ਼ਲਾਂ ਅਸੀਂ ਬਹੁਤ ਸੁਣਾਂਗੇ, ਤਰੰਨਮ 'ਚ ਵੀ ਸੁਣਾਂਗੇ, ਅਤੇ ਇੱਥੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈ ਕਿ ਜਦੋਂ ਅਸੀਂ ਗਜ਼ਲ ਦੀ ਗੱਲ ਕਰਦੇ ਹਾਂ ਤਾਂ ਸੁਰਜੀਤ ਪਾਤਰ ਦਾ ਨਾਮ ਜਿਹੜਾ ਹੈ ਉਹ ਸਾਡੇ ਇੱਕਦਮ ਜ਼ਿਹਨ ਦੇ ਵਿੱਚ ਆ ਜਾਂਦਾ ਹੈ, ਔਰ ਉਹਨਾਂ ਦੀ ਜਦੋਂ ਅਸੀਂ ਗਜ਼ਲ ਸੁਣਦੇ ਹਾਂ ਤੇ ਬਹੁਤੀ ਵਾਰੀ ਸਾਨੂੰ ਉਹਨਾਂ ਦੇ ਸਮਾਜਿਕ ਜਿਹੜੇ ਸਰੋਕਾਰ ਨੇ ਉਹਨਾਂ ਦੇ ਨਾਲ ਜੁੜੀ ਹੋਈ ਉਹ ਗਜ਼ਲ ਕਹਿੰਦੇ। ਪਰ ਜਿਹੜੀ ਗਜ਼ਲ ਉਰਦੂ ਦੇ ਵਿੱਚ ਜਦੋਂ ਲਿਖੀ ਗਈ ਸੀ ਤੇ ਉਹਦੇ ਵਿੱਚ ਇੱਕ ਬੜਾ ਰੋਮਾਂਟਿਕ ਕਿਸਮ ਦਾ ਐਨਵਾਇਰਨਮੈਂਟ ਹੁੰਦਾ ਸੀ, ਔਰ ਉਹਨੂੰ ਇੱਕ ਜੇ ਤੁਸੀਂ ਗਜ਼ਲ ਦੀ ਪਰਿਭਾਸ਼ਾ ਵੀ ਪੜ੍ਹਦੇ ਹੋ ਤੇ ਗਜ਼ਲ ਨੂੰ ਗਜ਼ਾਲਾ ਹਿਰਨੀ ਦੀ ਅੱਖ ਵਰਗੀਆਂ ਸੀ, ਉਹਦੇ ਵਿੱਚੋਂ ਇਹ ਪਰਿਭਾਸ਼ਾ ਜਿਹੜੀ ਗਜ਼ਲ ਦੀ ਨਿਕਲੀ ਹੋਈ ਹੈ। ਤੁਹਾਨੂੰ ਕੀ ਲੱਗਦਾ ਕਿ ਇਹ ਜਦੋਂ ਸਮੇਂ ਦੇ ਬਦਲਣ ਦੇ ਨਾਲ ਖਾਸ ਤੌਰ ਤੇ ਪੰਜਾਬੀ ਗਜ਼ਲ ਨੇ ਉਸ ਰੋਮਾਂਟਿਸਿਜ਼ਮ ਦੇ ਵਿੱਚੋਂ ਕੱਢਿਆ ਉਹਨੂੰ ਗਜ਼ਲ ਨੂੰ ਔਰ ਸਮਾਜ ਦੇ ਨਾਲ ਉਹ ਜੋੜਿਆ, ਤੇ ਇਹਦੇ ਨਾਲ ਜਿਹੜੇ ਬਹੁਤੇ ਲੋਕਾਂ ਨੂੰ ਅਸੀਂ ਕਹਿੰਦਾ ਸੁਣਿਆ ਕਿ ਗਜ਼ਲ ਤਾਂ ਫਾਰਸੀ ਦਾ ਰੂਪ ਹੈ ਜੀ, ਪੰਜਾਬੀ ਦੇ ਵਿੱਚ ਗਜ਼ਲ ਦਾ ਕੀ ਮਤਲਬ ਹੋਇਆ? ਤੁਸੀਂ ਇਸ ਵਿਚਾਰ ਨੂੰ ਮਤਲਬ ਤੁਸੀਂ ਦੱਸੋ ਕਿ ਤੁਸੀਂ ਪੰਜਾਬੀ ਦੇ ਵਿੱਚ ਜਿਹੜੀ ਇੰਟਰੋਡਿਊਸ ਹੋਈ ਹੈ ਗਜ਼ਲ, ਉਹ ਕਿਸ ਹੱਦ ਤੱਕ ਆਪਣੇ ਗਜ਼ਲ ਦੇ ਰੂਪ ਨਾਲ ਨਿਆਂ ਕਰ ਸਕੀ ਹੈ? ਬਿਲਕੁਲ ਜੀ, ਇਹ ਗੱਲ ਵਾਕਈ ਤੁਹਾਡੀ ਸਹੀ ਹੈ ਕਿ ਕਈ ਲੋਕਾਂ ਦਾ ਮੰਨਣਾ ਸੀ, ਪਹਿਲਾਂ ਮੰਨਣਾ ਸੀਗਾ ਕਿ ਜਿਹੜੀ ਇਹ ਵਿਧਾ ਜਿਹੜੀ ਬਾਹਰੋਂ ਅਸੀਂ ਅਪਣਾਈ ਹੈ ਫਾਰਸੀ ਦੇ ਵਿੱਚੋਂ, ਵੀ ਉਹ ਪੰਜਾਬੀ ਦੇ ਵਿੱਚ ਨਹੀਂ ਕਾਮਯਾਬ, ਉਹਨਾਂ ਦਾ ਇਹ ਮਤਲਬ ਸੀ। ਹਾਂ, ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਨੇ ਉਹ ਜ਼ਰੂਰ ਮੰਨਣਯੋਗ ਸੀਗੀਆਂ ਕਿ ਪੰਜਾਬੀ ਦੇ ਕੁਝ ਸ਼ਬਦ ਜਿਹੜੇ ਨੇ ਉਹ ਗਜ਼ਲ ਦੇ ਜਿਹੜਾ ਸੁਭਾਅ ਹੈ ਉਹਦੇ ਅਨੁਕੂਲ ਨਹੀਂ ਸੀ ਫਿੱਟ ਹੁੰਦੇ। ਜਿਵੇਂ ਪੰਜਾਬੀ ਦੇ ਮੈਂ ਮਿਸਾਲ ਦੇ ਤੌਰ ਤੇ ਕੁਝ ਜਿਹੜੇ ਸ਼ਬਦ ਨੇ ਅਦਕ ਨਾਲ ਸ਼ੁਰੂ ਹੁੰਦੇ ਆ, ਅਦਕ ਦੇ ਵਾਲੇ ਜਿਹੜੇ ਨਾ ਜਿਨ੍ਹਾਂ ਤੇ ਜ਼ੋਰ ਦੇ ਕੇ ਰਫ ਸਾਊਂਡ ਪੈਦਾ ਕਰਦੇ ਆ। ਜੀ ਬਿਲਕੁਲ। ਅਸੀਂ ਜਦੋਂ ਉਹਨਾਂ ਨੂੰ ਗਜ਼ਲ ਦੇ ਵਿੱਚ ਇਸਤੇਮਾਲ ਕਰਦੇ ਸੀ ਤਾਂ ਉਹ ਗਾਉਣ ਦੇ ਵਿੱਚ ਜਿਹੜੇ ਹੈ ਉਹ ਸ਼ਬਦ ਗੋਲ ਨਹੀਂ ਹੋ ਸਕਦੇ। ਕੁਝ ਇਸ ਤਰ੍ਹਾਂ ਦੀਆਂ ਭਾਵਨਾਵਾਂ ਉਹਨਾਂ ਬੰਦੇ ਦੀਆਂ ਹੋ ਸਕਦੀਆਂ, ਇਹ ਗੱਲ ਹੈ ਵੀ ਹੈ, ਪਰ ਹੁਣ ਇਹ ਸਮੁੱਚੇ ਤੌਰ ਤੇ ਮਤਲਬ ਮੁਕੰਮਲ ਤੌਰ ਤੇ ਹੁਣ ਇਹ ਗਜ਼ਲ ਗੋ ਜਿਹੜਾ ਸ਼ਾਇਰ ਹੈ, ਜਿਹੜਾ ਗਜ਼ਲ ਲਿਖ ਰਿਹਾ, ਉਹਦੇ ਤੇ ਨਿਰਭਰ ਕਰਦਾ ਕਿ ਉਹਦੇ ਸ਼ਬਦ ਚੋਣ ਦੇ ਉੱਤੇ। ਜਿੱਥੋਂ ਤੱਕ ਇਹਦੇ ਸਿਧਾਂਤ ਦੀ ਗੱਲ ਹੈ, ਵਿਚਾਰ ਦੀ ਗੱਲ ਹੈ ਕਿ ਗਜ਼ਲ ਦੇ ਵਿੱਚ ਅਸੀਂ ਉਸ ਗਜ਼ਲ ਨੂੰ ਉਸ ਰੋਮਾਂਟਿਸਿਜ਼ਮ ਦੇ ਵਿੱਚੋਂ, ਉਸ ਇੱਕ ਰੋਮਾਂਚ ਦੇ ਵਿੱਚੋਂ ਕੱਢ ਕੇ ਅਸੀਂ ਗਜ਼ਲ ਨੂੰ ਇੱਕ ਐਸੇ ਗੰਭੀਰ ਪਲੇਟਫਾਰਮ ਤੇ ਲੈ ਕੇ ਖੜਾ ਕਰ ਦਿੱਤਾ ਹੈ ਕਿ ਜਿੱਥੇ ਗਜ਼ਲ ਮਤਲਬ ਹਰ ਕਿਸਮ ਦਾ ਜਿਹੜਾ ਸੁੱਖ ਹੈ, ਹਰ ਕਿਸਮ ਦਾ ਦੁੱਖ ਹੈ, ਉਹ ਸਾਡੇ ਨਾਲ ਸਾਂਝਾ ਕਰ ਰਹੀ ਹੈ। ਤੇ ਇਹਦੇ 'ਚ ਮੈਂ ਸਮਝਦਾ ਕਿ ਪੰਜਾਬੀ ਗਜ਼ਲ ਜਿਹੜੀ ਆ ਉਹ ਪੂਰੀ ਤਰ੍ਹਾਂ ਕਾਮਯਾਬ ਹੈ। ਔਰ ਤੁਸੀਂ ਹੁਣ ਤੁਸੀਂ ਪਾਤਰ ਸਾਹਿਬ ਦੀਆਂ ਗਜ਼ਲਾਂ ਦੀ ਗੱਲ ਕੀਤੀ ਹੈ, ਹੁਣ ਪਾਤਰ ਸਾਹਿਬ ਦੇ ਅੰਦਰ ਵੀ ਸੰਗੀਤ ਹੈ, ਔਰ ਉਸ ਸੰਗੀਤ ਦੇ ਵਿੱਚ, ਉਸ ਤਾਲ ਦੇ ਵਿੱਚ ਆ ਕੇ ਜਦੋਂ ਉਹ ਸਮਾਜ ਦੀ ਗੱਲ ਕਰਦੇ ਆ ਤਾਂ ਉਹ ਗੱਲ ਜਿਹੜੀ ਆ ਉਹਦਾ ਅਸਰ ਮੈਂ ਸਮਝਦਾ ਕਿ 100 ਗੁਣਾ ਹੋ ਜਾਂਦਾ। ਜੇ ਮੰਨ ਲਓ ਗਜ਼ਲ ਨਾ ਲਿਖਦੇ ਹੁੰਦੇ, ਜੇ ਇਸ ਤਰੀਕੇ ਦੇ ਨਾਲ ਉਹ ਗੱਲ ਨਾ ਕਹਿੰਦੇ ਹੁੰਦੇ, ਤਾਂ ਹੋ ਸਕਦਾ ਉਹਨਾਂ ਦੀ ਗੱਲ ਜਿਹੜੀ ਇੰਨੀ ਅਸਰ ਨਾ ਕਰਦੀ। ਤਾਂ ਉਹ ਜਿਹੜਾ ਮਤਲਬ ਸਮਾਜ ਦਾ ਦੁੱਖ ਸੁੱਖ ਹੈ, ਉਹ ਸਾਰੀਆਂ ਗੱਲਾਂ ਜਿਹੜੀਆਂ ਪ੍ਰਤੀਬੱਧਤਾ ਵਾਲੀ ਗੱਲ ਹੈ, ਉਹ ਅੱਜ ਦੀ ਗਜ਼ਲ ਦੀ ਮੁੱਖ ਪ੍ਰਾਪਤੀ ਹੈ ਮੇਰੇ ਖਿਆਲ ਦੇ ਵਿੱਚ। ਪਾਤਰ ਸਾਹਿਬ ਤੋਂ ਬਿਨਾਂ ਤੁਸੀਂ ਬਾਕੀ ਜਿਹੜੇ ਸ਼ਾਇਰ ਨੇ ਉਹਨਾਂ ਨੂੰ ਪੜ੍ਹ ਲਓ, ਜਸਵਿੰਦਰ ਹੈ, ਸੁਰਜੀਤ ਜੱਜ ਹੈ, ਔਰ ਬਲਜਿੰਦਰ ਚੌਹਾਨ ਹੈ, ਕੁਲਵਿੰਦਰ, ਹੋਰ ਇਸ ਤਰ੍ਹਾਂ ਦੇ ਬੜੇ ਔਰ ਅੱਛੀ ਗਜ਼ਲ ਲਿਖ ਰਹੇ ਨੇ। ਬਿਲਕੁਲ। ਤੇ ਜਿਹੜੇ ਡਾਕਟਰ ਜਗਤਾਰ, ਜਿਨ੍ਹਾਂ ਨੂੰ ਤੇ ਆਪਾਂ ਮੇਰੇ ਖਿਆਲ ਗਜ਼ਲ ਦਾ ਜੇ ਸਿਰਤਾਜ ਕਹਿ ਲਈਏ ਤੇ ਕੋਈ ਇਹਦੇ ਚ ਅਤਕਥਨੀ ਨਹੀਂ ਹੋਵੇਗੀ, ਤੁਸੀਂ ਡਾਕਟਰ ਜਗਤਾਰ ਦੀਆਂ ਗਜ਼ਲਾਂ ਤੋਂ ਕੋਈ ਕਿਸੇ ਕਿਸਮ ਦਾ ਕੋਈ ਪ੍ਰਭਾਵ ਕੋਈ ਕਬੂਲਿਆ ਹੈ, ਜਾਂ ਕਿਸੇ ਦਾ ਵੀ ਕੋਈ ਪ੍ਰਭਾਵ ਤੁਸੀਂ ਕਿਧਰੇ ਨਹੀਂ ਕਬੂਲਿਆ ਔਰ ਸਿਰਫ ਤੁਸੀਂ ਆਪਣੀ ਗੱਲ ਜਿਹੜੀ ਆ ਉਹਦੇ ਚ ਕੀਤੀ, ਕੋਈ ਲੱਗਦਾ ਤੁਹਾਨੂੰ? ਹਾਂ, ਮੈਂ ਇਮਾਨਦਾਰੀ ਨਾਲ ਕਹਿਣਾ ਕਿ ਮੈਂ ਸੁਰਜੀਤ ਪਾਤਰ ਨੂੰ ਦੇਖ ਕੇ ਗਜ਼ਲਾਂ ਲਿਖਣੀ ਸ਼ੁਰੂ ਕੀਤੀ।
ਪਾਤਰ ਹੋਣਾ ਦੀ ਗਜ਼ਲ ਦੇ ਵਿੱਚ ਜੋ ਰਵਾਨੀ, ਜੋ ਸੰਗੀਤਾਤਮਕਤਾ ਸੀ, ਉਹਨੇ ਮਤਲਬ ਮੈਨੂੰ ਕਾਫੀ ਹੱਦ ਤੱਕ ਜਿਹੜਾ ਸ਼ੁਰੂ ਦੇ ਵਿੱਚ ਜਦੋਂ ਮੈਂ ਨਿਆਣਾ ਸੀ ਉਦੋਂ ਮੈਂ ਪੜ੍ਹਦਾ ਹੁੰਦਾ ਸੀ, ਤਾਂ ਸਭ ਤੋਂ ਪਹਿਲੀ ਗਜ਼ਲ ਦੀ ਕੋਈ ਵੀ ਜੇ ਕਿਤਾਬ ਮੈਂ ਪੜ੍ਹੀ ਆ ਤਾਂ ਉਹ ਉਹਨਾਂ ਦੀ ਹਵਾ 'ਚ ਲਿਖੇ ਹਰਫ ਉਹ ਪੜ੍ਹੀ ਸੀ ਸਭ ਤੋਂ ਪਹਿਲਾਂ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਇਹਦਾ ਹੋਰ ਮੈਂ ਪੜ੍ਹਨ ਵਾਲੇ ਪਾਸੇ ਗਿਆ, ਅਤੇ ਡਾਕਟਰ ਜਗਤਾਰ ਹੋਣਾ ਦੀ ਜਿਹੜੀ ਸ਼ਾਇਰੀ ਹੈ ਉਹ ਇੱਕ ਪ੍ਰਤੀਬੱਧਤਾ ਵਾਲੀ ਸ਼ਾਇਰੀ ਹੈ, A to Z ਜਿਹਨੂੰ ਕਹਿੰਦੇ ਆਪਾਂ। ਉਹ ਜਦੋਂ ਉਹਨਾਂ ਦਾ ਹਰਫੇ ਅਵਲ ਤੋਂ ਲੈ ਕੇ ਤੇ ਹਰਫੇ ਆਖਰ ਤੱਕ ਉਹ ਇੱਕ ਪ੍ਰਤੀਬੱਧਤਾ ਆਪਦੀ ਦਿਖਾਉਂਦੇ ਆ। ਹਾਂਜੀ, ਇੱਕ ਖਾਸ ਸੋਚ ਨਾਲ ਜੁੜੀ ਹੋਈ। ਬਿਲਕੁਲ। ਹਾਂਜੀ ਹਾਂਜੀ। ਤਾਂ ਉਹ ਮੈਂ ਸਮਝਦਾ ਕਿ ਜਦੋਂ ਮੈਂ ਪਹਿਲਾਂ ਕਿਹਾ ਕਿ ਹਰ ਇੱਕ ਸ਼ਾਇਰ ਦਾ ਜਾਂ ਸਾਹਿਤਕਾਰ ਦਾ ਇੱਕ ਏਜੰਡਾ ਹੁੰਦਾ ਹੈ, ਭਾਵੇਂ ਉਹ ਲੁਕਿਆ ਹੋਇਆ ਹੋਵੇ ਤੇ ਭਾਵੇਂ ਜ਼ਾਹਿਰ ਹੋਵੇ। ਤਾਂ ਉਹ ਉਸ ਚੀਜ਼ ਨੂੰ ਲੈ ਕੇ ਚੱਲ ਰਹੇ ਨੇ ਕਿ ਜਿਹੜੀ ਉਹ ਸੋਚ ਹੈ ਜਿਹੜੀ ਗਰੀਬ ਅਮੀਰ ਦੇ ਪਾੜੇ ਨੂੰ ਮਿਟਾਉਂਦੀ ਹੈ, ਜਿਹੜੀ ਕਿ ਸਿੱਧੇ ਤੌਰ ਤੇ ਸੁਨੇਹਾ ਵੀ ਦਿੰਦੀ ਹੈ। ਤਾਂ ਮੈਨੂੰ ਇਸ ਗੱਲ ਦਾ ਹੁਣ ਮੈਂ ਆਪਣੇ ਆਪ ਦੇ ਵਿੱਚ ਵਿਚਾਰ ਕਰਾਂ ਤਾਂ ਹੋ ਸਕਦਾ ਮੈਂ ਇਹਦੇ ਕਾਰਨ ਤੱਕ ਜਾ ਨਾ ਸਕਾਂ, ਪਰ ਮੈਨੂੰ ਇਸ ਕਿਸਮ ਦੀ ਸ਼ਾਇਰੀ ਨੇ ਪ੍ਰਭਾਵਿਤ ਘੱਟ ਕੀਤਾ। ਠੀਕ ਹੈ। ਮੈਨੂੰ ਉਹ ਸ਼ਾਇਰੀ ਚੰਗੀ ਲੱਗੀ ਹੈ ਜਿਹਦੇ ਵਿੱਚ ਜਿਹੜੇ ਸ਼ਬਦਾਂ ਦੇ ਪਿੱਛੇ ਕੁਝ ਪਿਆ ਹੈ। ਸ਼ਬਦ ਦੇਖਣ ਨੂੰ ਤੁਹਾਨੂੰ ਬਿਲਕੁਲ ਜਿਹੜੇ ਸਾਦੇ ਲੱਗਣਗੇ ਕਿ ਆ ਜਿਹੜੇ ਇੱਕ ਸਤਰ ਦੇ ਵਿੱਚ ਉਹ ਜਿਹੜੇ ਸ਼ਬਦ ਨੇ ਬਿਲਕੁਲ ਸਿੰਪਲ ਤੁਹਾਨੂੰ ਲੱਗਣਗੇ, ਪਰ ਉਹਨਾਂ ਦੇ ਪਿੱਛੇ ਜੋ ਕੁਝ ਪਿਆ ਹੋਇਆ ਹੈ, ਜੋ ਕੁਝ ਅਣਦਿਸਦਾ ਹੈ, ਜੋ ਕੁਝ ਅਣਬੋਲਿਆ ਹੋਇਆ, ਜਿਹੜੀ ਚੁੱਪ ਹੈ, ਉਹੀ ਚੁੱਪ ਜਿਹੜੀ ਹੈ ਤੁਹਾਡੀਆਂ ਗਜ਼ਲਾਂ ਦੇ ਵਿੱਚ ਇਸੇ ਕਰਕੇ ਜਦੋਂ ਸਰੋਤੇ ਵਾਹ ਕਰਦੇ ਨੇ, ਇੱਕ ਇੱਕ ਸ਼ੇਰ ਦੇ ਉੱਤੇ ਦਾਦ ਦਿੰਦੇ ਨੇ, ਤੇ ਉਹ ਚੁੱਪ ਜਿਹੜੀ ਹੈ ਨਾ ਇੱਕ ਵਿਅੰਗ ਦੇ ਰੂਪ ਵਿੱਚ, ਗੁੱਝੇ ਵਿਅੰਗ ਦੇ ਰੂਪ ਵਿੱਚ ਤੁਹਾਡੀਆਂ ਗਜ਼ਲਾਂ ਦੇ ਵਿੱਚੋਂ ਜ਼ਰੂਰ ਉਹਦੀ ਟੋਨ ਸੁਣਾਈ ਦਿੰਦੀ ਹੈ। ਤੇ ਤੁਸੀਂ ਆਪਣਾ ਮੈਂ ਚਾਹਾਂਗੀ ਕਿ ਹੁਣ ਜਿਹੜੀ ਤੁਸੀਂ ਗਜ਼ਲ ਸੁਣਾਉਣੀ ਹੈ ਇੱਕ ਤਰੰਨੁਮ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਣਾਓ, ਔਰ ਸਾਡੇ ਦਰਸ਼ਕ ਇਹ ਚਾਹੁੰਦੇ ਨੇ ਕਿ ਜਦੋਂ ਤੁਸੀਂ ਗਜ਼ਲ ਸੁਣਾਓ ਤੇ ਤੁਸੀਂ ਆਪਣਾ ਜਿਹੜਾ ਆਪਣੇ ਆਪ ਨੂੰ ਉਹਨਾਂ ਦੇ ਨਾਲ, ਜਿਸ ਤਰ੍ਹਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਆਪਣਾ ਅੱਖ ਪਾ ਕੇ ਇਸ ਤਰ੍ਹਾਂ ਦੀ ਕੋਈ ਗੱਲ ਕਰੋ। ਜੀ ਜ਼ਰੂਰ, ਬਿਲਕੁਲ। ਹਾਂਜੀ, ਇੱਕ ਗਜ਼ਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਹਾਂਜੀ, ਅਸਲ 'ਚ ਮੈਂ ਪਿੱਛੇ ਜਿਹੇ ਇੱਕ ਕੁਝ ਦੋਸਤਾਂ ਨਾਲ ਮੇਰੀ ਗੱਲ ਹੋਈ ਤੇ ਉਦੋਂ ਵੀ ਇਸ ਕਿਸਮ ਦੀਆਂ ਜਿਹੜੀਆਂ ਸਿਧਾਂਤਕ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਅਸੀਂ ਜੋ ਕੁਛ ਅਸੀਂ ਪੜ੍ਹਦੇ ਅਸੀਂ ਉਹਦੇ ਤੋਂ ਅਸਰ ਗ੍ਰਹਿਣ ਕਰਦੇ ਹਾਂ, ਤੇ ਉਦੋਂ ਕਈ ਵਾਰ ਹੁੰਦਾ ਕਿ ਅਸੀਂ ਕੁਛ ਗੱਲਾਂ ਹੋ ਰਹੀਆਂ ਨੇ ਤੇ ਅਸੀਂ ਉਹਨਾਂ ਤੋਂ ਸਾਨੂੰ ਇਹ ਲੱਗਦਾ ਕਿ ਗੱਲ ਮੁਕੰਮਲ ਨਹੀਂ ਹੋਈ, ਉਸ ਤੋਂ ਬਾਅਦ ਅਸੀਂ ਜਦੋਂ ਇਕੱਲੇ ਹੁੰਦੇ ਹਾਂ, ਅਸੀਂ ਚੁੱਪ ਦੇ ਵਿੱਚ ਹੁੰਦੇ ਹਾਂ, ਤਾਂ ਅਸੀਂ ਉਹਦੇ ਬਾਰੇ ਮੁਲਾਂਕਣ ਕਰਦੇ ਤਾਂ ਸਾਡੇ ਮਨ ਦੇ ਵਿੱਚ ਕੁਛ ਹੋਰ ਅੱਗੇ ਦੀਆਂ ਗੱਲਾਂ ਆਉਂਦੀਆਂ। ਤਾਂ ਮੈਨੂੰ ਇਹ ਲੱਗਾ ਕਿ ਜਿਹੜਾ ਜੋ ਵੀ ਅਸੀਂ ਪੜ੍ਹਦੇ ਹਾਂ ਵੀ ਜ਼ਰੂਰੀ ਨਹੀਂ ਕਿ ਸਾਡੀ ਤ੍ਰਿਪਤੀ ਵਾਸਤੇ ਉਹ ਜ਼ਰੂਰੀ ਹੋਵੇ, ਪਰ ਜਿਹੜੀ ਇੱਕ ਬੰਦੇ ਦੇ ਅੰਦਰ ਇੱਕ ਚੁੱਪ ਹੈ ਉਹ ਬੰਦੇ ਨੂੰ ਬੜਾ ਕੁਝ ਸਿਖਾਉਂਦੀ ਹੈ। ਤਾਂ ਉਹਦੇ ਵਿੱਚੋਂ ਇਹ ਜਿਹੜੀਆਂ ਲਾਈਨਾਂ ਦੋ ਆਈਆਂ ਜਿਹਦੇ ਤੋਂ ਇਹ ਗਜ਼ਲ ਸ਼ੁਰੂ ਹੋਈ ਕਿ ਕਿਤਾਬਾਂ 'ਚ ਵਾਹੀਆਂ ਲਕੀਰਾਂ ਤੋਂ ਅੱਗੇ ਬੜਾ ਕੁਛ ਪਿਆ ਸੀ ਸਰੀਰਾਂ ਤੋਂ ਅੱਗੇ। ਮੈਨੂੰ ਤਰੰਨੁਮ ਕਿ ਕਿਤਾਬਾਂ 'ਚ ਵਾਹੀਆਂ ਲਕੀਰਾਂ ਤੋਂ ਅੱਗੇ, ਕਿਤਾਬਾਂ 'ਚ ਵਾਹੀਆਂ ਲਕੀਰਾਂ ਤੋਂ ਅੱਗੇ ਬੜਾ ਕੁਝ ਪਿਆ ਸੀ ਸਰੀਰਾਂ ਤੋਂ ਅੱਗੇ, ਸਰੀਰਾਂ ਤੋਂ ਅੱਗੇ ਕਈ ਕਹਿਕਸ਼ਾਵਾਂ ਤੇ ਅੰਬਰ ਨੇ ਮੇਰੇ, ਕਈ ਕਹਿਕਸ਼ਾਵਾਂ ਤੇ ਅੰਬਰ ਨੇ ਮੇਰੇ, ਕਈ ਕਹਿਕਸ਼ਾਵਾਂ ਤੇ ਅੰਬਰ ਨੇ ਮੇਰੇ, ਮੇਰਾ ਘਰ ਹੈ ਕੰਧਾਂ ਸ਼ਤੀਰਾਂ ਤੋਂ ਅੱਗੇ, ਮੇਰਾ ਘਰ ਹੈ ਕੰਧਾਂ ਸ਼ਤੀਰਾਂ ਤੋਂ ਅੱਗੇ, ਨਿਸ਼ਾਨਾ ਤੇਰਾ ਉਕ ਜਾਵੇਗਾ ਵੇਖੀ, ਨਿਸ਼ਾਨਾ ਤੇਰਾ ਉਕ ਜਾਵੇਗਾ ਵੇਖੀ, ਨਿਸ਼ਾਨਾ ਤੇਰਾ ਉਕ ਜਾਵੇਗਾ ਵੇਖੀ, ਨਿਗਾਹਾਂ ਜੇ ਗਈਆਂ ਨਾ ਤੀਰਾਂ ਤੋਂ, ਬਹੁਤ ਖੂਬ,
ਨਿਗਾਹਾਂ ਜੇ ਗਈਆਂ ਨਾ ਤੀਰਾਂ ਤੋਂ ਅੱਗੇ। ਕਥਾ ਇਸ਼ਕ ਵਾਲੀ ਰੁਕੀ ਆ ਕੇ ਐਸੀ, ਕਥਾ ਇਸ਼ਕ ਵਾਲੀ रुकी आके ऐसी, कथा इश्क वाली रुकी आके ऐसी। तुरी ना ये झंडा करीरा के, तुरी ना ये झंडा करीरा तो के। फरोले हयाती दे गुड्डियां पटोले, फरोले हयाती दे गुड्डियां पटोले, फरोले हयाती दे गुड्डियां पटोले। ते कुछ भी थे आया नाली तो अगे। फरोले हयाती दे गुड्डियां पटोले, फरोले हयाती दे गुड्डियां पटोले। ते कुछ भी थे आया नाली रातों के। बड़ा कुछ प्यासी शरीरां तो के। ਬਹੁਤ ਹੀ ਬਹੁਤ ਖੂਬ। ਇਹ ਜਿਹੜੀ ਤੁਸੀਂ ਹੁਣੇ ਚੁੱਪ ਦੀ ਗੱਲ ਕੀਤੀ ਸੀ, ਇਹ ਬੜਾ ਕੁਝ ਪਿਆ ਅੱਗੇ ਜੋ ਹੈ ਨਾ, ਜਿਹਦਾ ਤੁਸੀਂ ਜ਼ਿਕਰ ਨਹੀਂ ਕੀਤਾ, ਪਰ ਫਿਰ ਵੀ ਉਸ ਸ਼ਬਦਾਂ ਤੋਂ ਜਿਹੜੀ ਪਾਰ ਜਾ ਰਹੀ ਹੈ ਗੱਲ, ਗਜ਼ਲ ਦੇ ਵਿੱਚ ਜਿਹੜੀ ਸ਼ਬਦਾਂ ਤੋਂ ਪਾਰ ਜਾਈਏ, ਉਹਦੇ ਵਿੱਚ ਹੀ ਅਸਲ ਦੇ ਵਿੱਚ ਉਹਦਾ ਸਾਰਾ ਮੀਨਿੰਗ ਪਿਆ ਹੋਇਆ। ਔਰ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਤੁਹਾਡੀ ਐਨ ਗਜ਼ਲ ਦੇ ਉੱਤੇ ਉਹ ਟੁੱਟਦੀ ਹੈ। ਤੇ ਕੋਈ ਹੋਰ ਗਜ਼ਲ ਸਾਨੂੰ, ਕਿਉਂਕਿ ਬਹੁਤ ਸਾਰੀਆਂ, ਇੱਕ ਜਿਹੜੀ ਗਜ਼ਲ ਜਿਹਦੇ ਵਿੱਚ ਤੁਸੀਂ ਗੁਰੂ ਨਾਨਕ ਦੇ ਉੱਤੇ ਵੀ ਦੇ ਨਾਲ ਕੋਈ ਸ਼ੇਰ ਹੈਗਾ, ਜੇ ਤੁਹਾਡੇ ਕੋਲ ਇਸ ਵੇਲੇ ਹੋਵੇ ਤਾਂ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ, ਔਰ ਉਹ ਵੀ ਫੇਰ ਤਰਨੁਮ ਦੇ ਵਿੱਚ। ਜ਼ਰੂਰ। ਉਹ ਅਸਲ 'ਚ ਉਹ ਕਿਤਾਬ ਤੋਂ ਬਾਅਦ ਹੀ ਜਿਹੜੀਆਂ ਕੁਛ ਗਜ਼ਲਾਂ ਨੇ, ਕਿਉਂਕਿ ਮੈਂ ਦੋਸਤਾਂ ਨੂੰ ਵੀ ਪਤਾ ਹੈ ਕਿ ਮੇਰੀ ਜਿਹੜੀ ਲਿਖਣ ਦੀ ਗਤੀ ਹੈ, ਪਰ ਅਸੀਂ ਤਾਂ ਬੜੀ ਬੇਸਬਰੀ ਨਾਲ ਤੁਹਾਡੀ ਅਗਲੀ ਕਿਤਾਬ ਦਾ ਇੰਤਜ਼ਾਰ ਕਰ ਰਹੇ ਹਾਂ। ਉਹ ਇੰਨੀ ਕੁ ਥੋੜੀ ਹੈ, ਮਤਲਬ ਇੰਨੀ ਕੁ ਹੌਲੀ ਹੈ ਕਿ ਤਕਰੀਬਨ 5 ਸਾਲ ਹੋਣ ਨੂੰ ਆ ਗਏ ਮੇਰੀ ਕਿਤਾਬ ਨੂੰ, 26 ਨੂੰ 2008 ਦੇ ਅਗਸਤ ਦੇ ਵਿੱਚ 5 ਸਾਲ ਹੋ ਗਏ। ਤੇ ਮੇਰੇ ਕੋਲ ਹੁਣ ਅਗਲੀ ਕਿਤਾਬ ਜਿਹੜੀ ਉਹ ਅੱਧੀ ਤਿਆਰ ਹੋ ਗਈ ਹੈ। ਅਸੀਂ ਤਾਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਤੇ ਉਹਨਾਂ ਨਵੀਆਂ ਗਜ਼ਲਾਂ ਦੇ ਵਿੱਚੋਂ ਇਹਦੀ ਗਜ਼ਲ ਹੈ, ਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ, ਤੇ ਹੋਰ ਵੀ ਬਾਕੀ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਮਤਲਬ ਇਸ ਗਜ਼ਲ ਨੂੰ ਖਾਸ ਕਰਕੇ ਬੜਾ। ਜਦੋਂ ਤੁਸੀਂ ਇਹ ਗਜ਼ਲ ਗਾਉਂਦੇ ਹੋ ਨਾ, ਤੇ ਇਹ ਵੀ ਸਾਨੂੰ ਇੱਕ ਸਰੋਤੇ ਦੇ ਤੌਰ ਦੇ ਉੱਤੇ ਸਾਨੂੰ ਅਹਿਸਾਸ ਉਸ ਵੇਲੇ ਹੁੰਦਾ ਕਿ ਕਈ ਵਾਰੀ ਸ਼ਾਇਰ ਜਿਹੜਾ ਉਹਦਾ ਵੀ ਪਰਟੀਕੂਲਰ ਜਿਹੜੀਆਂ ਰਚਨਾਵਾਂ ਨੇ ਉਹਨਾਂ ਦੇ ਨਾਲ ਉਹਦੀ ਆਪਣੀ ਇੱਕ, ਜਿਹਨੂੰ ਕਹਿੰਦੇ ਆ ਕਿ ਤੁਹਾਡਾ ਮੋਹ ਹੋ ਜਾਂਦਾ ਨਾ, ਤੁਹਾਡਾ ਉਸ ਵੇਲੇ ਮੋਹ ਜ਼ਾਹਿਰ ਹੋ ਰਿਹਾ ਹੁੰਦਾ ਜਦੋਂ ਤੁਸੀਂ ਸੁਣਾਉਂਦੇ ਹੋ। ਹਾਂ, ਨਹੀਂ ਬਿਲਕੁਲ। ਇਹ ਗਜ਼ਲ ਖਾਸ ਕਰਕੇ ਮੈਨੂੰ ਵੀ ਇਹਦੇ ਨਾਲ ਪਤਾ ਨਹੀਂ ਕਿਸ ਕਿਸਮ ਦਾ ਮੋਹ ਹੈ ਕਿ ਵਾਂਗ ਪੱਥਰ ਦੇ ਦਿਲ, ਵਾਂਗ ਪੱਥਰ ਦੇ ਦਿਲ ਕਾ ਤੋਂ ਥਿਰ ਹੋ ਗਿਆ, ਵਾਂਗ ਪੱਥਰ ਦੇ ਦਿਲ ਕਾ ਤੋਂ ਥਿਰ ਹੋ ਗਿਆ। ਮੈਨੂੰ ਲੱਗਦਾ ਕਿ ਰੋਇਆਂ ਨੂੰ ਚਿਰ ਹੋ ਗਿਆ, ਵਾਂਗ ਪੱਥਰ ਦੇ ਦਿਲ ਕਾ ਤੋਂ ਥਿਰ ਹੋ ਗਿਆ। ਮੈਨੂੰ ਲੱਗਦਾ ਕਿ ਰੋਇਆਂ ਨੂੰ ਚਿਰ ਹੋ ਗਿਆ, ਵਾਂਗ ਪੱਥਰ ਦੇ ਦਿਲ। ਮਾਵਾਂ ਛਾਵਾਂ ਦਾ ਹਾਲੇ ਚੁਕਾਇਆ ਨਾ ਸੀ, ਮਾਵਾਂ ਛਾਵਾਂ ਦਾ ਹਾਲੇ ਚੁਕਾਇਆ ਨਾ ਸੀ, ਮਾਵਾਂ ਛਾਵਾਂ ਦਾ ਹਾਲੇ ਚੁਕਾਇਆ ਨਾ ਸੀ। ਉੱਤੋਂ ਮਿੱਟੀ ਦਾ ਕਰਜ਼ਾ ਵੀ ਸਿਰ ਹੋ ਗਿਆ, ਮਾਵਾਂ ਛਾਵਾਂ ਦਾ ਹਾਲੇ ਚੁਕਾਇਆ ਨਾ ਸੀ।
ਉੱਤੋਂ ਮਿੱਟੀ ਦਾ ਕਰਜ਼ਾ ਵੀ ਸਿਰ ਹੋ ਗਿਆ, ਵਾਂਗ ਪੱਥਰ ਦੇ ਦਿਲ। ਤੂੰ ਜੋ ਆਇਆ ਤਾਂ ਸੀਨੇ ਚ ਤਾਰੇ ਜਗੇ, ਬਹੁਤ ਖੂਬ, ਬਹੁਤ ਖੂਬ। ਤੂੰ ਜੋ ਆਇਆ ਤਾਂ ਸੀਨੇ ਚ ਤਾਰੇ ਜਗੇ, ਤੂੰ ਜੋ ਆਇਆ ਤਾਂ ਸੀਨੇ ਚ ਤਾਰੇ ਜਗੇ, ਤੂੰ ਗਿਆ ਤਾਂ ਹਨੇਰਾ ਹੀ ਫਿਰ ਹੋ ਗਿਆ, ਤੂੰ ਜੋ ਆਇਆ ਤਾਂ ਸੀਨੇ ਚ ਤਾਰੇ ਜਗੇ, ਤੂੰ ਗਿਆ ਤਾਂ ਹਨੇਰਾ ਹੀ ਫਿਰ ਹੋ ਗਿਆ, ਵਾਂਗ ਪੱਥਰ ਦੇ ਦਿਲ। ਪਤਝੜਾਂ ਨੇ ਤਾਂ ਸਾਨੂੰ ਸੀ ਕੀ ਆਖਣਾ, ਪਤਝੜਾਂ ਨੇ ਤਾਂ ਸਾਨੂੰ ਸੀ ਕੀ ਆਖਣਾ, ਪਤਝੜਾਂ ਨੇ ਤਾਂ ਸਾਨੂੰ ਸੀ ਕੀ ਆਖਣਾ, ਵਾਂਗ ਪੱਤਿਆਂ ਦੇ ਸਾਥੋਂ ਹੀ ਕਿਰ ਹੋ ਗਿਆ, ਪਤਝੜਾਂ ਨੇ ਤਾਂ ਸਾਨੂੰ ਸੀ ਕੀ ਆਖਣਾ, ਵਾਂਗ ਪੱਤਿਆਂ ਦੇ ਸਾਥੋਂ ਹੀ ਕਿਰ ਹੋ ਗਿਆ, ਵਾਂਗ ਪੱਥਰ ਦੇ ਦਿਲ। ਤੇ ਆਖਰੀ ਸ਼ੇਰ ਜਿਹੜਾ ਇਰਸ਼ਾਦ, ਬਾਬੇ ਨਾਨਕ ਵਾਸਤੇ, ਇਰਸ਼ਾਦ। ਤੇਰੇ ਮਸਤਕ ਚ ਸੂਰਜ ਮੈਂ ਤੱਕਿਆ ਜਦੋਂ, ਤੇਰੇ ਮਸਤਕ ਚ ਸੂਰਜ ਮੈਂ ਤੱਕਿਆ ਜਦੋਂ, ਤੇਰੇ ਮਸਤਕ ਚ ਸੂਰਜ ਮੈਂ ਤੱਕਿਆ ਜਦੋਂ, ਤੇਰੇ ਚਰਨਾਂ ਦੇ ਵੱਲ ਮੇਰਾ ਸਿਰ ਹੋ ਗਿਆ, ਬਹੁਤ ਖੂਬ, ਬਹੁਤ ਖੂਬ। ਤੇਰੇ ਮਸਤਕ ਚ ਸੂਰਜ ਮੈਂ ਤੱਕਿਆ ਜਦੋਂ, ਤੇਰੇ ਚਰਨਾਂ ਦੇ ਵੱਲ ਮੇਰਾ ਸਿਰ ਹੋ ਗਿਆ, ਵਾਂਗ ਪੱਥਰ ਦੇ ਦਿਲ ਕਾ ਤੋਂ ਥਿਰ ਹੋ ਗਿਆ, ਮੈਨੂੰ ਲੱਗਦਾ ਕਿ ਰੋਇਆ ਨੂੰ ਚਿਰ ਹੋ ਗਿਆ, ਵਾਂਗ ਪੱਥਰ ਦੇ ਦਿਲ। ਬਹੁਤ ਖੂਬ ਰਜਿੰਦਰਜੀਤ ਜੀ, ਦਿਲ ਤੇ ਇਹ ਕਰਦਾ ਹੈ ਕਿ ਤੁਹਾਡੀਆਂ ਗਜ਼ਲਾਂ ਬਸ ਲਗਾਤਾਰ ਸੁਣਦੇ ਜਾਈਏ, ਪਰ ਮੇਰੇ ਖਿਆਲ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਤੇ ਅਸੀਂ ਆਪਣੇ ਦਰਸ਼ਕਾਂ ਦੇ ਲਈ ਫੇਰ ਤੁਹਾਨੂੰ ਕਦੀ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਬੁਲਾਵਾਂਗੇ, ਤੇ ਹਾਲ ਦੀ ਘੜੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਔਰ ਦਰਸ਼ਕੋ, ਅੱਜ ਦਾ ਇਹ ਦੋ ਗੱਲਾਂ